ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਵਹਿਰ ਗਇਓ ਹਿਤਦਾਰ, ਬੀਨ ਬੀਨ ਕਰ ਬੰਦਿਓ ਭਾਰ। ਨਹਿ ਪਹੁੰਚਿਓ ਉਠਵਾਵਨ ਵਾਰੋ, ਘਟੀ ਚਾਰ ਵੱਧ ਲੱਗੀ ਅਵਾਰੋ। ਇੱਕ ਦਿਨ ਵਹਿਰ ਗਇਓ ਹਿਤਦਾਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ,
ਧੰਨ ਧੰਨ ਅੰਤਰ ਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਬੱਤ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕੀਤਾ ਹੈ। ਕੁਝ ਸਮਾਂ ਲੜੀਵਾਰ ਕਥਾ ਆਪਾਂ ਹੁਣ ਸਰਵਣ ਕਰਨੀ ਹੈ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਆਪ ਜੀ ਨੇ ਸਰਵਣ ਕੀਤਾ, ਬੜੇ ਬੜੇ ਬ੍ਰਹਮ ਗਿਆਨੀ ਸਿੱਖ ਉਹਦੇ ਵਿੱਚ ਸੇਵਾ ਕਰ ਰਹੇ ਹਨ। ਉਹਨਾਂ ਬ੍ਰਹਮ ਗਿਆਨੀ ਸਿੱਖਾਂ ਦਾ ਜੀਵਨ ਜਿਹੜਾ ਹੈ ਉਹ ਸੰਗਤ ਜੀ ਚੱਲ ਰਿਹਾ ਹੈ। ਉਹਨਾਂ ਬ੍ਰਹਮ ਗਿਆਨੀ ਸਿੱਖਾਂ ਵਿੱਚੋਂ ਇੱਕ ਸਿੱਖ ਦਾ ਜੀਵਨ ਆਪ ਜੀ ਸਰਵਣ ਕਰ ਰਹੇ ਹੋ, ਜਿਨ੍ਹਾਂ ਦਾ ਨਾਮ ਹੈ ਭਾਈ ਮੰਝ ਜੀ। ਸਾਧ ਸੰਗਤ ਜੀ, ਉਂਝ ਉਹਨਾਂ ਦਾ ਨਾਮ ਸੀਗਾ ਭਾਈ ਤੀਰਥਾ ਜੀ, ਪਰ ਤੀਰਥਾ ਨਾਮ ਗੁਰੂ ਜੀ ਦੇ ਬੜੇ ਸਿੱਖਾਂ ਦਾ ਹੋਇਆ ਜੀ। ਤੁਸੀਂ ਗੁਰੂ ਰਾਮਦਾਸ ਜੀ ਦੀ ਕਥਾ ਸੁਣੀ ਹੈ, ਉਹਦੇ ਵਿੱਚ ਵੀ ਭਾਈ ਤੀਰਥਾ ਜੀ ਦਾ ਜ਼ਿਕਰ ਆਇਆ ਸੀਗਾ ਜੀ। ਤੀਰਥਾ ਨਾਮ ਬੜੇ ਗੁਰਸਿੱਖਾਂ ਦਾ ਹੋਇਆ ਹੈ। ਤੇ ਭਾਈ ਮੰਝ ਜੀ ਤੁਸੀਂ ਸੁਣਿਆ ਸੀ ਰਾਜਪੂਤ ਸਨ। ਮੰਝ ਰਾਜਪੂਤਾਂ ਦੀ ਇੱਕ ਗੋਤ ਹੈ ਜੀ, ਤੇ ਸਾਰੇ ਇਸ ਕਰਕੇ ਇਹਨਾਂ ਨੂੰ ਭਾਈ ਮੰਝ ਕਹਿੰਦੇ ਸਨ। ਗੁਰੂ ਘਰ ਵਿੱਚ ਵੀ ਇਹਨਾਂ ਦਾ ਨਾਮ ਮੰਝ ਪ੍ਰਚਲਿਤ ਹੋਇਆ। ਹੁਣ ਤੱਕ ਨਾਮ ਭਾਈ ਮੰਝ ਪ੍ਰਚਲਿਤ ਹੈ ਜੀ, ਕਿਉਂਕਿ ਭਾਈ ਤੀਰਥਾ ਜੀ ਦੇ ਨਾਮ ਦੇ ਕਈ ਸਿੱਖ ਹੋਏ ਨੇ। ਇਹ ਸਾਡੀ ਭੁੱਲ ਹੈ, ਸਾਨੂੰ ਸਾਰੇ ਸਿੱਖਾਂ ਦੇ ਜੀਵਨ ਚੇਤੇ ਨਹੀਂ ਰਹਿੰਦੇ ਜੀ। ਭਾਈ ਤੀਰਥਾ ਜੀ ਭਾਵ ਭਾਈ ਮੰਝ ਜੀ ਦੀ ਕਿਵੇਂ ਪ੍ਰੀਖਿਆ ਹੋਈ ਜੀ, ਔਰ ਹੁਣ ਤੱਕ ਉਹ ਉਹਨਾਂ ਪ੍ਰੀਖਿਆਵਾਂ ਦੇ ਵਿੱਚ ਸਫਲ ਹੁੰਦੇ ਰਹੇ ਹੈ। ਇਹ ਕਥਾ 2 ਦਿਨਾਂ ਵਿੱਚ ਆਪ ਜੀ ਨੇ ਸਰਵਣ ਕੀਤੀ ਜੀ। ਬਹੁਤ ਪ੍ਰੀਖਿਆ ਹੋਈ, ਕਿਵੇਂ ਫਿਰ ਗੁਰੂ ਸਾਹਿਬ ਜੀ ਦੇ ਕੋਲ ਸਭ ਕੁਝ ਛੱਡ ਕੇ ਭਾਈ ਮੰਝ ਜੀ ਆਏ ਹੈ। ਭਾਈ ਮੰਝ ਜੀ ਸਭ ਕੁਝ ਛੱਡ ਕੇ ਜਦੋਂ ਗੁਰੂ ਜੀ ਦੀ ਹਾਜ਼ਰੀ 'ਚ ਆਏ ਹੈ, ਗੁਰੂ ਸਾਹਿਬ ਨੇ ਰੁੱਖ ਹੀ ਨਹੀਂ ਕੀਤਾ ਉਹਨਾਂ ਵੱਲ ਜੀ, ਧਿਆਨ ਹੀ ਨਹੀਂ ਦਿੱਤਾ। ਇਹ ਵੀ ਬੜੀ ਵੱਡੀ ਪ੍ਰੀਖਿਆ 'ਚ ਸੰਗਤ ਜੀ, ਗੁਰਸਿੱਖੀ ਦੇ ਵਿੱਚ ਇਹ ਬੜੀ ਵੱਡੀ ਗੱਲ ਹੈਗੀ ਹੈ ਆਪਾ ਗਵਾਉਣ ਦੀ ਜੀ। ਆਪਾ ਗਵਾਉਣਾ ਕਿਹਨੂੰ ਕਹਿੰਦੇ ਆ? ਇਸ ਗੱਲ ਨੂੰ ਅੰਦਰੋਂ ਮਾਰ ਦੇਣਾ ਅਸੀਂ ਵੀ ਕੁਝ ਹੈਗੇ ਆ। ਇਸ ਗੱਲ ਨੂੰ ਖਤਮ ਕਰਨਾ, ਇਹ ਗੱਲ ਬੜੀ ਵੱਡੀ ਪੜ੍ਹਾਈ ਹੈਗੀ ਹੈ ਜੀ, ਬਹੁਤ ਵੱਡੀ ਪੜ੍ਹਾਈ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਮਹਾਰਾਜ ਅਸੀਂ ਇਸ ਪੜ੍ਹਾਈ ਬਾਰੇ ਨਿਰਾ ਸੁਣੀਏ ਹੀ ਨਾ, ਮਹਾਰਾਜ ਇਹ ਗੱਲਾਂ ਸਾਡੇ ਜੀਵਨ ਵਿੱਚ ਵੀ ਆਉਣ ਜੀ। ਥੋੜ੍ਹੀ ਜਿਹੀ ਪ੍ਰਾਪਤੀ ਬੰਦੇ ਨੂੰ ਹੋ ਜੇ, ਬੰਦਾ ਆਪਾਂ ਜਨਾਉਣ ਤੋਂ ਬਾਜ ਨਹੀਂ ਆਉਂਦਾ ਜੀ, ਬਾਜ ਨਹੀਂ ਆਉਂਦਾ। ਭਾਈ ਮੰਝ ਜੀ ਨੇ ਆਪਾਂ ਨਹੀਂ ਜਣਾਇਆ ਜੀ। ਲੱਕੜਾਂ ਦੀ ਬਾਲਣ ਦੀ ਸੇਵਾ ਕਰਨ ਲੱਗ ਪਏ, ਭਾਂਡੇ ਵੀ ਧੋਂਦੇ ਆ, ਸਾਰੀ ਦਿਹਾੜੀ ਸੇਵਾ ਕਰਦੇ ਆ। ਪ੍ਰਸ਼ਾਦਾ ਪਹਿਲਾਂ ਲੰਗਰ 'ਚੋਂ ਛਕਦੇ ਸਨ, ਗੁਰੂ ਜੀ ਦੇ ਮਨਾ ਕਰਨ 'ਤੇ ਉਹਨਾਂ ਲੰਗਰ 'ਚੋਂ ਛਕਣਾ ਬੰਦ ਕਰ ਦਿੱਤਾ ਜੀ। ਕਈ ਦਿਨ ਤੇ ਰੱਸੀਆਂ ਵੇਚ ਕੇ ਗੁਜ਼ਾਰਾ ਕਰਨਾ, ਤੇ ਕਈ ਵਾਰੀ ਫਿਰ ਮੰਗ ਕੇ ਵੀ ਛਕ ਲੈਣਾ ਜੀ। ਉਹ ਵੀ ਮਹਾਰਾਜ ਨੇ ਕਿਹਾ ਵੀ 3 ਹਿੱਸੇ ਸਿੱਖਾਂ ਨੂੰ ਛਕਾਉਣੇ, 1 ਹਿੱਸਾ ਆਪ ਛਕਣਾ। ਭਾਈ ਮੰਝ ਜੀ ਨੇ ਇਹ ਵੀ ਪ੍ਰੀਖਿਆ ਪਾਸ ਕਰ ਲਈ ਜੀ। ਅਖੀਰ ਭਾਈ ਮੰਝ ਜੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਕੋਲ ਦਰਸ਼ਨ ਕਰਨ ਆਏ। ਮਹਾਰਾਜ ਨੇ ਸੱਦਿਆ, ਮਹਾਰਾਜ ਕਹਿਣ ਲੱਗੇ, ਮੰਝ ਜਦੋਂ ਦਾ ਤੂੰ ਸਿੱਖ ਬਣਿਆ ਤੇਰੀ ਜ਼ਿੰਦਗੀ 'ਚ ਦੁੱਖ ਆ ਗਿਆ, ਤੂੰ ਸਿੱਖੀ ਛੱਡ ਦੇ। ਭਾਈ ਮੰਝ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਭਾਵੇਂ ਘਰ ਬਾਹਰ ਨਹੀਂ ਰਿਹਾ, ਠੀਕ ਹੈ ਬਾਹਰੀ ਤੌਰ 'ਤੇ ਦੁੱਖ ਆਏ ਹੈ, ਪਰ ਤੁਹਾਡੀ ਕਿਰਪਾ ਦੇ ਨਾਲ ਮੇਰਾ ਮਨ ਸੁਖੀ ਹੈਗਾ ਮਹਾਰਾਜ। ਮੁੱਖ ਗੱਲ ਤੇ ਮਨ ਸੁਖੀ ਹੋਣ ਦੀ ਹੈਗੀ ਜੀ। ਮਹਾਰਾਜ ਮੈਨੂੰ ਉਹ ਧਨ ਮਿਲ ਗਿਆ ਤੁਹਾਡੇ ਚਰਨਾਂ ਵਿੱਚ ਆ ਕੇ, ਸੱਚੇ ਪਾਤਸ਼ਾਹ ਜਿਸ ਧਨ ਨੂੰ ਕੋਈ ਚੋਰੀ ਨਹੀਂ ਕਰ ਸਕਦਾ। ਹਰ ਧਨ ਕੋ ਉਚੱਕਾ ਨਾ ਲੱਗਈ, ਜਿਸ ਧਨ ਨੂੰ ਕੋਈ ਚੋਰੀ ਨਹੀਂ ਕਰ ਸਕਦਾ, ਜਿਹੜਾ ਧਨ ਸੜ ਨਹੀਂ ਸਕਦਾ, ਜਿਹੜਾ ਧਨ ਡੋਬ ਨਹੀਂ ਸਕਦਾ,
ਉਹ ਨਾਮ ਦਾ ਧਨ ਮਿਲ ਗਿਆ, ਹੁਣ ਮੈਨੂੰ ਦੁਨਿਆਵੀ ਧਨਾਂ ਦੀ ਲੋੜ ਨਹੀਂ ਹੈਗੀ ਜੀ। ਭਾਈ ਮੰਝ ਜੀ ਦਾ ਜੀਵਨ ਬੜਾ ਸਫਲ ਜੀਵਨ ਹੈਗਾ ਜੀ। ਜੀ ਕਰਦਾ ਬਹੁਤ ਗੱਲਾਂ ਭਾਈ ਮੰਝ ਜੀ ਦੇ ਜੀਵਨ ਵਿੱਚੋਂ ਤੱਤ ਕੱਢ ਕੇ ਤੁਹਾਨੂੰ ਦੱਸੀਏ, ਪਰ ਇੰਨਾ ਸਮਾਂ ਨਹੀਂ ਹੈਗਾ ਜੀ। ਪਰ ਮੈਂ ਛੋਟੀ ਜਿਹੀ ਇੱਕ ਬੇਨਤੀ ਕਰ ਦਿੰਦਾ, ਇਹਨੂੰ ਧਿਆਨ ਨਾਲ ਸੁਣਿਓ। ਜਦੋਂ ਬੰਦਾ ਭਗਤੀ ਦੇ ਰਸਤੇ ਤੇ ਤੁਰਦਾ ਨਾ ਜੀ, ਉਹਦੇ ਕੋਲ ਤਾਕਤਾਂ ਬਹੁਤ ਹੁੰਦੀਆਂ ਨੇ ਜੀ। ਭਾਈ ਮੰਝ ਜੀ ਤੁਰੇ, ਤਾਕਤਾਂ ਉਹਨਾਂ ਕੋਲ ਵੀ ਆਈਆਂ ਜੀ। ਭਾਈ ਮੰਝ ਜੀ ਸਭ ਕੁਝ ਜਰ ਜਾਂਦੇ ਰਹੇ ਜੀ, ਬਸ ਜਰਨਾ ਹੀ ਔਖਾ ਹੈਗਾ ਜੀ। ਹਾਂਜੀ, ਭਾਈ ਮੰਝ ਜੀ ਜਰ ਜਾਂਦੇ ਰਹੇ ਜੀ। ਇੱਥੋਂ ਤੱਕ ਮਾਇਆ ਵੀ 3 ਤਰੀਕਿਆਂ ਦੀ ਹੈਗੀ ਹੈ ਜੀ। ਇੱਕ ਤਾਂ ਹੈਗੀ ਨਾ ਬਾਹਰ ਦੀ ਮਾਇਆ, ਇਸ ਮਾਇਆ ਤੋਂ ਗੁਰਮੁਖ ਜਗਿਆਸੂ ਜਿਹੜੇ ਆ ਉਹ ਬਚ ਜਾਂਦੇ ਆ। ਬਾਹਰ ਦੀ ਮਾਇਆ ਦਾ ਤਿਆਗ ਕਰਕੇ ਸੰਤੋਖ ਉਹਨਾਂ ਦੇ ਜੀਵਨ 'ਚ ਆ ਜਾਂਦਾ, ਇਸ ਮਾਇਆ ਦੀ ਖਿੱਚ ਨਹੀਂ ਰਹਿੰਦੀ ਜੀ ਉਹਨਾਂ ਨੂੰ ਜੀ। ਇੱਕ ਇਹਦੇ ਤੋਂ ਅਗਲੀ ਮਾਇਆ ਹੈਗੀ ਹੈ ਜੀ। ਉਹ ਮਾਇਆ ਕਿਹੜੀ ਹੈ? ਉਹ ਹੈ ਮਾਣ ਦੀ ਮਾਇਆ ਜੀ। ਉਹ ਮਨ ਨੂੰ ਲੱਗਦੀ ਹੈ ਜੀ। ਇੱਕ ਆਰਥਿਕ ਮਾਇਆ, ਇੱਕ ਮਾਨਸਿਕ ਮਾਇਆ ਜੀ। ਉਹ ਮਨ ਨੂੰ ਲੱਗਦੀ ਹੈ ਵੀ ਅਸੀਂ ਹੁਣ ਕੁਝ ਬਣ ਗਏ ਹਾਂ, ਹੁਣ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਜੀ। ਹਾਂਜੀ, ਉਹ ਹੈ ਮਾਨਸਿਕ ਮਾਇਆ ਜੀ। ਮਾਣ ਹੋ ਜਾਂਦਾ ਬੰਦੇ ਨੂੰ ਜੀ। ਜਗਿਆਸੂ ਇਸ ਮਾਇਆ ਤੋਂ ਵੀ ਬਚ ਜਾਂਦਾ ਜੀ, ਗੁਰੂ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਜੀ। ਇੱਕ ਉਹਦੇ ਤੋਂ ਅੱਗੇ ਮਾਇਆ ਵੀ ਹੈਗੀ ਜੀ। ਜਦੋਂ ਨਾਮ ਜਪਦਾ ਗੁਰੂ ਸਾਹਿਬ ਜੀ ਦੀ ਸੇਵਾ ਕਰਦਾ ਸਿੱਖ ਇਹਦੇ ਤੋਂ ਅੱਗੇ ਵੱਧਦਾ ਨਾ ਜੀ, ਫਿਰ ਆਤਮਿਕ ਤੌਰ ਤੇ ਉਹਨੂੰ ਕੁਝ ਗੱਲਾਂ ਦਾ ਹੋਰ ਸਾਹਮਣਾ ਕਰਨਾ ਪੈਂਦਾ ਜੀ। ਕੀ ਜੀ? ਅੰਤਰਯਾਮਤਾ ਆ ਜਾਂਦੀ ਜੀ। ਅੰਤਰਯਾਮਤਾ ਸਿੱਧੀ ਹੋ ਜਾਂਦੀ ਹੈ। ਤਾਕਤਾਂ ਆ ਕੇ ਕਹਿੰਦੀਆਂ ਤੂੰ ਸਾਨੂੰ ਅੰਗੀਕਾਰ ਕਰ, ਤੇਰੇ ਸਾਹਮਣੇ ਜਿਹੜਾ ਬੰਦਾ ਆਏਗਾ ਮੈਂ ਦੱਸ ਦਊਂਗੀ ਤੈਨੂੰ ਵੀ ਇਹਦੇ ਮਨ 'ਚ ਕੀ ਚੱਲਣ ਦਿਆ, ਤੂੰ ਬੋਲਦੀ ਤੇਰੀ ਜੈ ਜੈਕਾਰ ਹੋ ਜਾਏਗੀ। 1200 ਕੋਹ ਤੱਕ ਇਸ ਧਰਤੀ ਤੇ ਜੋ ਵਰਤ ਰਿਹਾ ਸਾਰਾ ਕੁਝ ਤੈਨੂੰ ਮੈਂ ਦੱਸ ਦਿਆ ਕਰਾਂਗੀ। ਇਹਨੂੰ ਕਹਿੰਦੇ ਦੂਰਦਰਸ਼ੀ ਸਿੱਧੀ। 18 ਸਿੱਧੀਆਂ ਨੇ ਨਾ, ਦੂਰਦਰਸ਼ੀ ਸਿੱਧੀ। ਜੋ ਦੂਰ ਦੂਰ ਵਰਤ ਰਿਹਾ ਤੇਰੇ ਤੋਂ ਓਹਲੇ ਨਹੀਂ ਹੋਏਗਾ। ਇੱਕ ਹੈ ਪ੍ਰੇਰਣਾ ਸਿੱਧੀ। ਪ੍ਰੇਰਣਾ ਸਿੱਧੀ ਕੀ ਹੈ? ਵੱਡੇ ਵੱਡੇ ਰਾਜੇ ਅੰਦਰੋਂ ਮਾਇਆ ਬੋਲਦੀ ਹੈ ਨਾਮ ਜਪਣ ਵਾਲੇ ਨੂੰ, ਵੱਡੇ ਵੱਡੇ ਰਾਜੇ ਮੈਂ ਤੇਰੇ ਚਰਨਾਂ 'ਚ ਲਿਆ ਕੇ ਪਾ ਦਿਆਂਗੀ, ਤੂੰ ਗੱਲ ਤੇ ਕਰ। ਪ੍ਰੇਰਣਾ ਸਿੱਧੀ। ਤੂੰ ਸਰੀਰ ਵੱਡਾ ਕਰ ਸਕਦਾ, ਤੂੰ ਸਰੀਰ ਛੋਟਾ ਕਰ ਸਕਦਾ, ਤੂੰ ਗੱਲ ਤੇ ਕਰ। ਇਹ ਵੀ ਮਾਇਆ ਹੈ ਜੀ ਇੱਕ। ਇਹਨਾਂ ਤੋਂ ਬਚਣਾ ਬੜਾ ਔਖਾ ਹੈਗਾ ਜੀ। ਮੈਂ ਬੇਨਤੀ ਫਿਰ ਕਰਾਂ, ਥੋੜ੍ਹੀ ਜੀ, ਕੁਛ ਵੀ ਨਹੀਂ ਮਿਲਿਆ ਹੁੰਦਾ ਜੀ ਬੰਦੇ ਨੂੰ, ਬੰਦਾ ਐਵੇਂ ਫੁੱਲ ਕੇ ਬਹਿ ਜਾਂਦਾ, ਲੋਕਾਂ ਨੂੰ ਵਿਖਾਉਂਦਾ, ਕੋਈ ਲਾਭ ਨਹੀਂ ਹੈਗਾ ਜੀ। ਹਨੂਤ ਦਿੱਲੀ ਦੂਰਸਤ, ਕਹਿੰਦੇ ਅਜੇ ਦਿੱਲੀ ਬਹੁਤ ਦੂਰ ਹੈ, ਅਜੇ ਰੱਬ ਦਾ ਮਾਰਗ ਬੜੀ ਦੂਰ ਹੈਗਾ ਜੀ। ਇਹ ਦਾਸ ਨੇ ਤਾਂ ਬੇਨਤੀ ਕੀਤੀ, ਸੰਗਤ ਜੀ ਤੁਸੀਂ ਭਾਈ ਮੰਝ ਜੀ ਦੀ ਸਾਖੀ ਸੁਣ ਰਹੇ ਹੋ, ਉਹਨਾਂ ਦਾ ਜੀਵਨ ਸੁਣ ਰਹੇ ਹੋ। ਭਾਈ ਮੰਝ ਜੀ ਦੇ ਜੀਵਨ ਵਿੱਚ ਬੜਾ ਕੁਝ ਆਇਆ ਜੀ। ਤਾਕਤਾਂ ਵੀ ਆਈਆਂ, ਭਾਈ ਮੰਝ ਜੀ ਜਰ ਗਏ ਜੀ, ਸਾਰਾ ਕੁਛ ਜੀ, ਸਭ ਕੁਛ ਜਰ ਗਏ। ਉਹਨਾਂ ਬਾਹਰ ਦੀ ਮਾਇਆ ਦਾ ਵੀ ਤਿਆਗ ਕੀਤਾ, ਮਾਣ ਵਾਲੀ ਮਾਇਆ ਦਾ ਵੀ ਤਿਆਗ ਕੀਤਾ। ਉਹ ਅੰਦਰ ਸੁਰਤ 'ਚ ਜਿਹੜੀਆਂ 18 ਸਿੱਧੀਆਂ ਮਾਇਆ ਬਣ ਕੇ ਆਉਂਦੀਆਂ ਨਾ, ਉਹਨਾਂ ਦਾ ਵੀ ਤਿਆਗ ਕਰ ਦਿੱਤਾ ਜੀ। ਗੁਰੂ ਦੀ ਬਾਣੀ ਦੇ ਆਸਰੇ ਦੇ ਨਾਲ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਆਸਰੇ ਦੇ ਨਾਲ ਜੀ, ਗੱਜ ਕੇ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਸ ਕਰਕੇ ਜਦੋਂ ਬੰਦਾ ਇਸ ਰਸਤੇ ਤੇ ਚੱਲਦਾ ਬਹੁਤ ਕੁਝ ਹੁੰਦਾ ਜੀ, ਬਹੁਤ ਕੁਝ ਹੁੰਦਾ, ਪਰ ਵਰਤੇਗਾ ਉਦੋਂ ਜਦੋਂ ਤੁਰਾਂਗੇ। ਚੇਤਾ ਰੱਖਿਓ, ਪੇਪਰ ਉਸ ਬੱਚੇ ਦੇ ਹੁੰਦੇ ਆ ਜਿਹੜਾ ਸਕੂਲ 'ਚ ਐਡਮਿਸ਼ਨ ਲੈਂਦਾ ਤੇ ਪੜ੍ਹਾਈ ਕਰਦਾ ਹੈ ਜੀ। ਜਿਹੜਾ ਐਡਮਿਸ਼ਨ ਨਾ ਲਵੇ, ਪੜ੍ਹਾਈ ਨਾ ਕਰੇ, ਉਹਦੇ ਪੇਪਰ ਨਹੀਂ ਹੁੰਦੇ ਜੀ।
ਬਸ ਇਸੇ ਤਰ੍ਹਾਂ ਗੁਰਸਿੱਖੀ ਤੇ ਤੁਰਦਿਆਂ, ਨਾਮ ਜਪਦਿਆਂ ਜਿਗਿਆਸੂ ਨੂੰ ਬਹੁਤ ਅਵਸਥਾਵਾਂ ਆਉਂਦੀਆਂ ਨੇ। ਵੈਸੇ ਬੰਦੇ ਦੇ ਹੱਥ ਕੁਝ ਨਹੀਂ 'ਚ ਹੈਗਾ, ਜਿਹਦੇ ਤੇ ਮਹਾਰਾਜ ਕਿਰਪਾ ਕਰਦੇ ਉਹਨੂੰ ਪਾਸ ਵੀ ਆਪ ਕਰਦੇ ਆ ਜੀ। ਭਾਈ ਮੰਝ ਜੀ ਨੇ ਕਿਹਾ, ਮਹਾਰਾਜ ਹੁਣ ਜਾਨ ਕੱਢ ਲੋ, ਪਰ ਇਹ ਗੱਲ ਨਾ ਆਖੋ ਵੀ ਸਿੱਖੀ ਛੱਡ ਦੇ। ਅਬ ਹਮ ਚੱਲੀ ਠਾਕੁਰ ਪਹਿ ਹਾਰ, ਜਬ ਹਮ ਸਰਣ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਸੋ ਹੁਣ ਇਹਦੇ ਤੋਂ ਅੱਗੇ ਕਥਾ ਆਪਾਂ ਸਰਵਣ ਕਰਨੀ ਹੈ। ਭਾਈ ਮੰਦ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਫਿਰ ਸੇਵਾ ਦੇ ਵਿੱਚ ਲੱਗ ਗਏ। ਬੜੀ ਸੇਵਾ ਹੋ ਰਹੀ ਹੈ ਗੁਰੂ ਘਰ ਦੀ। ਸੋ ਹੁਣ ਅੱਗੋਂ ਸਾਖੀ ਸਰਵਣ ਕਰੋ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਵਹਿਰ ਗਇਓ ਹਿਤਦਾਰ। ਦੁਪਹਿਰ ਤੋਂ ਬਾਅਦ ਸ਼ਾਮ ਕੁ ਦੇ ਸਮੇਂ, ਅਜੇ ਪਈਆਂ ਨਹੀਂ ਸਨ ਚੰਗੀ ਤਰ੍ਹਾਂ, ਭਾਈ ਮੰਝ ਜੀ ਬਾਲਣ ਲੈਣ ਵਾਸਤੇ ਬਾਹਰ ਨੂੰ ਗਏ ਜੀ, ਖੁੱਲੀਆਂ ਥਾਵਾਂ ਵੱਲ ਜੀ। ਹਾਂਜੀ। ਬੀਨ ਬੀਨ ਕਰ ਬੰਦਿਓ ਭਾਰ। ਲੱਕੜਾਂ ਕੱਟ ਕੱਟ ਕੇ ਚੁਣ ਚੁਣ ਕੇ ਕਾਫੀ ਵੱਡੀ ਪੰਡ ਭਾਈ ਮੰਝ ਜੀ ਨੇ ਬੰਨ ਲਈ ਜੀ। ਹਾਂਜੀ। ਮਹਿ ਪਹੁੰਚਿਓ ਉਠ 52 ਵਾਰੋ। ਅੱਗੇ ਤੇ ਕੋਈ ਨਾ ਕੋਈ ਮਿਲ ਜਾਂਦਾ ਸੀ ਨਾ ਜੀ ਪੰਡ ਸਿਰ ਤੇ ਰਖਾਉਣ ਵਾਲਾ। ਅੱਜ ਕੁਦਰਤੀ ਰੱਬ ਦੀ ਖੇਡ ਐਸੀ ਹੋਈ, ਕੋਈ ਵੀ ਪੰਡ ਸਿਰ ਤੇ ਰੱਖਣ ਵਾਲਾ ਨਹੀਂ ਮਿਲਿਆ ਜੀ, ਰਖਾਉਣ ਵਾਲਾ ਨਹੀਂ ਮਿਲਿਆ ਜੀ। ਹਾਂਜੀ। ਘਟੀ 4 ਵੱਧ ਲੱਗੀ ਅਵਾਰੋ। ਇਸ ਕਰਕੇ ਥੋੜਾ ਵੱਧ ਸਮਾਂ ਲੱਗ ਗਿਆ ਜੀ। ਵਾਪਸ ਪਰਤਦਿਆਂ ਥੋੜੀ ਜੀ ਸ਼ਾਮ ਪੈਣੀ ਸ਼ੁਰੂ ਹੋ ਗਈ ਜੀ। ਹਾਂਜੀ। ਧਾਰ ਸਿਰ ਪਰ ਜਬਪੁਰ ਕੋ ਗਮਨਾ। ਤੇ ਸਾਧ ਸੰਗਤ ਜੀ, ਭਾਈ ਮੰਝ ਜੀ ਬੜੀ ਮੁਸ਼ਕਲੋਂ ਪੰਡ ਸਿਰ ਤੇ ਰੱਖੀ ਤੇ ਦਰਬਾਰ ਸਾਹਿਬ ਨੂੰ ਤੁਰ ਪਏ ਜੀ, ਲੰਗਰ ਵਾਲੇ ਪਾਸੇ ਨੂੰ ਜੀ। ਹਾਂਜੀ। ਉਠੀ ਅੰਧੇਰੀ ਭੀਖਨ ਪਵਨਾ। ਬਸ ਉਸ ਵੇਲੇ ਫਿਰ ਬਹੁਤ ਤੇਜ਼ ਹਨੇਰੀ ਚੱਲੀ ਜੀ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਭੀਖਨ ਪਵਨਾ, ਬਹੁਤ ਤੇਜ਼ ਹਵਾ ਚੱਲੀ ਜੀ, ਜਿਹਨੂੰ ਹਨੇਰੀ ਕਹਿੰਦੇ ਆ ਆਪਾਂ। ਹਾਂਜੀ। ਕੰਕਰ ਸਿਕਤਾ ਖੈਂਚਤ ਬਹਿਓ। ਮਿੱਟੀ ਉੱਡਣ ਲੱਗ ਪਈ, ਕੰਕਰ ਉੱਡਣ ਲੱਗ ਪਏ ਜੀ, ਰੇਤ ਉੱਡਣ ਲੱਗ ਪਈ ਜੀ। ਹਨੇਰੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਜੀ। ਹਾਂਜੀ। ਅੰਧਕਾਰ ਕਛ ਜਾਏ ਨਾ ਲਹਿਓ। ਇੱਕ ਵੈਸੇ ਹੀ ਸ਼ਾਮਾਂ ਪੈ ਰਹੀਆਂ ਸਨ, ਉੱਤੋਂ ਹਨੇਰੀ ਬਹੁਤ ਤੇਜ਼ ਹੋ ਗਈ ਤੇ ਪਿਆਰਿਓ ਕੁਛ ਵਿਖਣਾ ਬੰਦ ਹੋ ਗਿਆ ਜੀ। ਹਨੇਰੀ ਵੱਡਿਆਂ ਦੀਆਂ ਅੱਖਾਂ ਬੰਦ ਕਰਾ ਦਿੰਦੀ ਜੀ। ਹਾਂਜੀ। ਸਨਮੁਖ ਪੌਣ ਹਟਾਏ ਪਿਛਾਰੀ। ਹਵਾ ਸਾਹਮਣੇ ਦੀ ਵਗਦੀ ਸੀਗੀ ਜੀ, ਸਾਹਮਣੇ ਐਨੂੰ ਆ ਰਹੀ ਸੀਗੀ ਤੇ ਹਵਾ ਤੇ ਜਦੋਂ ਪ੍ਰੈਸ਼ਰ ਮਾਰਦੀ ਬੰਦਾ ਪਿੱਛੇ ਨੂੰ ਜਾਂਦਾ ਜੀ। ਬੰਦਾ ਕੀ ਚੀਜ਼ ਹੈਗਾ, ਹਵਾ ਤੇ ਰੁੱਖ ਪੁੱਟ ਕੇ ਰੱਖ ਦਿੰਦੀ ਜੀ। ਹਾਂਜੀ। ਭਾਰ ਸਮਾਰਤ ਗਮਹਿ ਅਗਾਰੀ। ਭਾਈ ਮੰਝ ਜੀ ਨੇ ਸਿਰ ਤੇ ਲੱਕੜਾਂ ਰੱਖੀਆਂ, ਮਿੱਟੀ ਉੱਡ ਰਹੀ, ਘੱਟਾ ਉੱਡ ਰਿਹਾ, ਹਵਾ ਚੱਲ ਰਹੀ, ਹਵਾ ਧੱਕ ਰਹੀ ਪਿੱਛੇ ਨੂੰ, ਤੇ ਭਾਈ ਮੰਝ ਜੀ ਅੱਗੇ ਨੂੰ ਹਵਾ ਨੂੰ ਚੀਰ ਕੇ ਵੱਧ ਰਹੇ ਜੀ। ਬੜਾ ਬਲ ਲੱਗ ਰਿਹਾ ਸਰੀਰ ਦਾ ਜੀ। ਹਾਂਜੀ। ਉਠੀ ਧੂਰ ਆਂਖਨ ਮਹਿ ਛਾਈ। ਅਚਾਨਕ ਹੀ ਹਵਾ ਦੇ ਨਾਲ ਧੂੜ ਭਾਈ ਮੰਝ ਜੀ ਦੇ ਨੇਤਰਾਂ ਵਿੱਚ ਪੈ ਗਈ ਜੀ। ਹਾਂਜੀ। ਚਲਤਿਓ ਨਹਿ ਕਛ ਪਰਹੇ ਦਿਸਾਈ। ਬਸ ਫਿਰ ਵਿਖਣੋਂ ਬੰਦ ਹੋ ਗਿਆ ਜੀ ਜਦੋਂ ਧੂੜ। ਹੁਣ ਵੇਖੋ ਨਾ ਜੀ, ਸਿਰ ਤੇ ਪੰਡ ਹੈ, ਅੱਖਾਂ 'ਚ ਧੂੜ ਹੈ, ਬੰਦਾ ਅੱਖਾਂ ਸਾਫ਼ ਕਰਦਾ ਪਹਿਲਾਂ ਪੰਡ ਰੱਖੇ ਜੀ। ਭਾਈ ਮੰਝ ਜੀ ਪੰਡ ਨਹੀਂ ਥੱਲੇ ਰੱਖ ਰਹੇ ਜੀ, ਕਿਉਂ ਚੁਕਾਉਣ ਵਾਲਾ ਨਹੀਂ ਕੋਈ ਹੈਗਾ ਜੀ। ਹਾਂਜੀ। ਪਾਏ ਪੰਥ ਪਾਵਹਿ ਥਿਬ ਜਾਹੇ। ਰਸਤੇ 'ਚ ਪੈਰ ਧਰਦੇ ਆ, ਆਪਣੇ ਰਸਤੇ ਤੇ ਵੱਧਦੇ ਆ, ਪਰ ਚਰਨ ਥਿੜਕ ਜਾਂਦੇ ਜੀ ਉਹਨਾਂ ਤੇ ਜੀ। ਹਵਾ ਪਛਾਣ ਨੂੰ ਤਸਦੀ ਹੈ। ਹਾਂਜੀ। ਚਲਿਓ ਆਏ ਵੱਡ ਸੰਕਟ ਮਾਹੇ। ਫਿਰ ਵੀ ਬਹੁਤ ਖੇਚਲ ਨੂੰ ਧਾਰਨ ਕਰਦੇ ਹੋਏ ਭਾਈ ਮੰਝ ਜੀ ਤੁਰੀ ਜਾਂਦੇ ਜੀ। ਅੱਖਾਂ 'ਚ ਘੱਟਾ ਮਿੱਟੀ ਪੈ ਰਿਹਾ, ਤੁਰੀ ਜਾ ਰਹੇ, ਮਹਾਰਾਜ ਦਾ ਨਾਮ ਲੈਂਦੇ ਆ, ਵਾਹਿਗੁਰੂ ਵਾਹਿਗੁਰੂ ਬਾਣੀ ਪੜ੍ਹਦੇ ਆ। ਹਾਂਜੀ।
ਹੁਤੋ ਕੂਪ ਥੋਰੋ ਜਹ ਪਾਨੀ। ਇੱਕ ਅੱਗੇ ਖੂਹ ਸੀਗਾ, ਔੜ ਲੱਗਣ ਕਰਕੇ ਉਹਦੇ 'ਚ ਬਹੁਤ ਥੋੜਾ ਪਾਣੀ ਸੀਗਾ ਜੀ, ਮਸਾਂ ਹੀ ਬੰਦੇ ਦੇ ਲੱਕ ਤੱਕ ਪਾਣੀ ਸੀਗਾ ਜੀ। ਹਾਂਜੀ। ਭਇਓ ਤਿਮਰ ਕੁਛ ਪਰਹਿ ਨਾ ਜਾਨੀ। ਇੱਕਦਮ ਹਨੇਰਾ ਛਾ ਗਿਆ ਜੀ, ਭਾਈ ਮੰਝ ਜੀ ਨੂੰ ਪਤਾ ਹੀ ਨਹੀਂ ਲੱਗਾ ਵੀ ਅੱਗੇ ਖੂਹ ਹੈਗਾ ਹੈ ਜੀ। ਹਾਂਜੀ। ਗਿਰਿਓ ਮੰਝ ਤਿਸ ਕੇ ਵਿੱਚ ਜਾਏ। ਬਸ ਫਿਰ ਕੀ ਸੀਗਾ ਜੀ, ਪਤਾ ਹੀ ਨਹੀਂ ਲੱਗਾ। ਅਚਾਨਕ ਹੀ ਭਾਈ ਮੰਝ ਜੀ ਖੂਹ ਦੇ ਵਿੱਚ ਡਿੱਗ ਗਏ ਜੀ। ਜਦੋਂ ਇਹ ਸਾਖੀ ਦੀ ਕਥਾ ਪਹਿਲਾਂ ਹੋਈ ਨਾ ਜੀ, ਭਾਈ ਇੰਦਰਜੀਤ ਸਿੰਘ ਜੀ ਨਾਰੰਗ ਉਹ ਜਿਉਂਦੇ ਸਨ ਸਰੀਰ ਕਰਕੇ ਸਨ ਉਦੋਂ, ਉਹਨਾਂ ਨਾਲ ਹੋਰ ਬਜ਼ੁਰਗ ਕਥਾ ਸੁਣਦੇ ਹੁੰਦੇ ਸੀਗੇ। ਅਤੇ 10 ਕੁ ਸਾਲ ਪਹਿਲਾਂ ਇਹ ਸਾਖੀ ਆਈ ਸੀਗੀ। ਉਦੋਂ ਮੈਂ ਬਜ਼ੁਰਗਾਂ ਨੂੰ ਪੁੱਛਿਆ ਵੀ ਬਾਪੂ ਜੀ ਤੁਹਾਨੂੰ ਪਤਾ ਖੂਹ 'ਚ ਡਿੱਗਣਾ ਕੀ ਹੁੰਦਾ? ਇੱਕ ਬਜ਼ੁਰਗ ਕਹਿਣ ਲੱਗਾ ਜੀ ਖੂਹ 'ਚ ਡਿੱਗਣ ਦਾ ਤੇ ਉਹਨੂੰ ਹੀ ਪਤਾ ਜਿਹੜਾ ਖੂਹ 'ਚ ਡਿੱਗਿਆ ਹੁੰਦਾ। ਕਹਿੰਦਾ ਮੈਂ ਡਿੱਗਿਆ ਸਾਂ ਛੋਟਾ ਹੁੰਦਾ, ਤੇ ਸੁੱਕਾ ਸੀਗਾ ਖੂਹ, ਬੜੀਆਂ ਚੀਕਾਂ ਮਾਰੀਆਂ, ਬੜਾ ਮੈਂ ਰੋਇਆ ਸਾਂ ਕਹਿਣ ਲੱਗੇ। ਤੇ ਪਤਾ ਨਹੀਂ ਵੀ ਮੁੜ ਨਿਕਲਣਾ ਕਿ ਨਹੀਂ ਨਿਕਲਣਾ। ਜਦੋਂ ਬੰਦਾ ਖੂਹ 'ਚ ਹੀ ਡਿੱਗ ਗਿਆ ਜੀ, ਉਧਰੋਂ ਉਤੋਂ ਉਸ ਰਸਤੇ ਕੋਈ ਲੰਘਦਾ ਨਹੀਂ ਜੀ, ਤੁਸੀਂ ਅੰਦਾਜ਼ਾ ਲਾਓ ਫਿਰ ਕੀ ਬਣੇਗਾ ਜੀ। ਭਾਈ ਮੰਝ ਜੀ ਖੂਹ ਦੇ ਵਿੱਚ ਡਿੱਗ ਗਏ ਜੀ। ਹਾਂਜੀ। ਸਿਰ ਪਰ ਸ਼ੁਸ਼ਕ ਕਾਠ ਸਮੁਦਾਏ। ਹਾਂਜੀ। ਭਾਰ ਸੰਭਾਰਿਓ ਸਿਰ ਪਰ ਰੱਖਿਓ। ਸਾਧ ਸੰਗਤ ਜੀ ਫਿਰ ਵੀ ਭਾਈ ਮੰਝ ਜੀ ਨੇ ਬੜਾ ਹੌਸਲਾ ਰੱਖਿਆ ਜੀ। ਪਤਾ ਕੀ ਹੌਸਲਾ ਰੱਖਿਆ ਜੀ? ਲੱਕੜਾਂ ਦੀ ਪੰਡ ਨਹੀਂ ਡਿੱਗਣ ਦਿੱਤੀ ਜੀ, ਉਹਨੂੰ ਸਿਰ ਤੇ ਹੀ ਸਾਂਭ ਕੇ ਰੱਖਿਆ ਜੀ। ਹਾਂਜੀ। ਭੀਜ ਨਾ ਜਾਏ ਨੀਰ ਤੇ ਲਖਿਓ। ਕਾਰਨ ਇਹਦੇ ਨਾਲ ਲੰਗਰ ਬਣਨਾ ਲੰਗਰ ਹੈ, ਇਸ ਬਾਲਣ ਨਾਲ। ਤੇ ਜੇ ਮੈਂ ਖੂਹ 'ਚ ਥੱਲੇ ਰੱਖਤੀ ਭਿੱਜ ਜਾਣਾ, ਤੇ ਗਿੱਲੇ ਬਾਲਣ ਨਾਲ ਲੰਗਰ ਕਿਵੇਂ ਬਣੇਗਾ? ਹਾਂਜੀ। ਅਟਕ ਹੈ ਲੰਗਰ ਈਂਧਨ ਬਿਨਾ। ਬਾਲਣ ਤੋਂ ਬਗੈਰ ਲੰਗਰ ਪਕਾਉਣ ਵਿੱਚ ਅਟਕ ਪੈ ਜਾਏਗੀ। ਹਾਂਜੀ। ਮੋਕੋ ਦੋਸ ਹੋਏ ਹੈ ਘਨਾ। ਤੇ ਵੇਖ ਲੋ ਖੂਹ ਦੇ ਵਿੱਚ ਡਿੱਗੇ, ਸਿਰ ਤੇ ਲੱਕੜਾਂ ਦੀ ਪੰਡ। ਭਾਈ ਮੰਝ ਜੀ ਸੋਚਦੇ ਇਹਦਾ ਦੋਸ਼ ਪਾਪ ਵੀ ਮੈਨੂੰ ਹੀ ਲੱਗਣਾ, ਕਹਿਣ ਲੱਗੇ ਮੇਰੇ ਕੋ ਵੇਖ ਕੇ ਨਹੀਂ ਤੁਰਿਆ ਜਾਂਦਾ। ਚੇਤਾ ਰੱਖਿਓ ਗੁਰਮੁਖ ਆਪਣੀ ਗਲਤੀ ਕੱਢ ਕੇ ਖੁਸ਼ ਹੁੰਦਾ ਜੀ। ਹਾਂਜੀ। ਖਰੋ ਕੂਪ ਮਹਿ ਬਾਰ ਮਝਾਰ। ਖੂਹ ਦੇ ਵਿੱਚ ਖੜੇ ਆ ਤੇ ਪਾਣੀ ਲੱਕ ਤੱਕ ਪਾਣੀ ਹੈ ਜੀ ਉਹਨਾਂ ਦੇ। ਹਾਂਜੀ। ਸਿਮਰ ਹੈ ਕਿਮ ਹੋਏ ਗੁਰਨ ਆਹਾਰ। ਵਾਹ ਵਾਹ ਵਾਹ। ਭਾਈ ਮੰਝ ਜੀ ਖੂਹ ਦੇ ਵਿੱਚ ਖਲੋਤੇ, ਸਿਰ ਤੇ ਪਾਣੀ, ਆਪਣੀ ਜਾਨ ਦੀ ਚਿੰਤਾ ਨਹੀਂ ਹੈਗੀ ਵੀ ਮੈਂ ਕਿਵੇਂ ਨਿਕਲਾਂਗਾ। ਭਾਈ ਮੰਝ ਜੀ ਗੁਰੂ ਅਰਜਨ ਸਾਹਿਬ ਜੀ ਬਾਰੇ ਸੋਚਦੇ ਆ ਵੀ ਇਹਨਾਂ ਬਾਲਣ ਤੇ ਮਹਾਰਾਜ ਦਾ ਪ੍ਰਸ਼ਾਦਾ ਪਕਣਾ ਸੀ, ਤੇ ਪ੍ਰਸ਼ਾਦਾ ਕਿਵੇਂ ਛਕਣਗੇ ਮਹਾਰਾਜ? ਚਲੋ ਬਾਲਣ ਤੇ ਹੋਰ ਸੀ, ਪਰ ਭਾਈ ਮੰਝ ਜੀ ਦੀ ਇਹ ਸੋਚ ਹੈਗੀ ਹੈ ਜੀ। ਹਾਂਜੀ। ਪ੍ਰੇਮ ਰੰਗ ਇੱਕ ਘੂਮਤ ਗੁਰ ਕੈ। ਬਸ ਉਹਨਾਂ ਦਾ ਮਨ ਤੇ ਸਦਾ ਗੁਰੂ ਸਾਹਿਬ ਦੇ ਪ੍ਰੇਮ 'ਚ ਹੀ ਘੁੰਮਦਾ ਰਹਿੰਦਾ ਸੀਗਾ ਜੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਵੇਂ ਜਲ ਪਾਣੀ ਪ੍ਰਸ਼ਾਦਾ ਛਕਣਗੇ? ਲੋਕ ਲਾਜ ਕੁਲ ਕਾਨ ਨਿਵਰ ਕੈ। ਇਸ ਪ੍ਰੇਮ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਲੋਕ ਲਾਜ ਛੱਡੀ ਸੀਗੀ ਜੀ, ਕੁਲ ਦੀ ਲਾਜ ਛੱਡੀ ਸੀਗੀ ਜੀ। ਹਾਂਜੀ। ਧਨ ਤ੍ਰਿਏ ਤਨੁਜਾ ਸੁਤ ਕੋ ਤਿਆਗ। ਇਸ ਪ੍ਰੇਮ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਪੈਸਾ ਛੱਡਿਆ, ਧੀਆਂ ਪੁੱਤਰ, ਘਰ ਵਾਲੀ, ਘਰ ਪਰਿਵਾਰ ਸਭ ਕੁਝ ਛੱਡਿਆ ਸੀਗਾ ਜੀ। ਰਾਖਿਓ ਦ੍ਰਿੜ ਕਰ ਗੁਰ ਅਨੁਰਾਗ। ਸਭ ਕੁਝ ਛੱਡ ਦਿੱਤਾ, ਪਰ ਭਾਈ ਮੰਝ ਜੀ ਨੇ ਸਤਿਗੁਰੂ ਜੀ ਦਾ ਪਿਆਰ ਪੱਕਾ ਕਰਕੇ ਆਪਣੇ ਮਨ 'ਚ ਰੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਚੇਤਾ ਰੱਖਿਓ ਪਿਆਰ ਹੀ ਪੱਕਾ ਕਰਕੇ ਰੱਖਣਾ ਔਖਾ ਹੈਗਾ ਹੈ ਜੀ, ਇਹੋ ਹੀ ਨਹੀਂ ਪੱਕਾ ਹੁੰਦਾ ਜੀ। ਹਾਂਜੀ। ਭੋਜਨ ਅਲਪ ਅੰਗ ਦੁਰਬਲ ਹੈ। ਭੋਜਨ ਥੋੜਾ ਛਕਦੇ ਆ,
ਕਿਉਂ ਪ੍ਰੀਖਿਆ ਲੈ ਰਹੇ ਨਾ ਮਹਾਰਾਜ, ਤੂੰ ਜ਼ਿਆਦਾ ਨਹੀਂ ਛਕਣਾ, ਅੰਗ ਸਰੀਰ ਦੇ ਕਮਜ਼ੋਰ ਹੋਏ ਪਏ ਆ। ਹਾਂਜੀ, ਗੁਰ ਪਗ ਪ੍ਰੇਮ ਧਰਿਓ ਵੱਡ ਬਲ ਹੈ। ਤੇ ਮਹਾਰਾਜ ਦਾ ਪਿਆਰ ਜਿਹੜਾ ਹੈ ਉਹ ਹਿਰਦੇ 'ਚ ਪੂਰਾ ਪੱਕਾ ਕੀਤਾ ਹੋਇਆ ਜੀ। ਬਸ ਇਹਦਾ ਸਰੀਰ ਤੇ ਬੜੇ ਹਸ਼ਟ ਪੁਸ਼ਟ ਹੈਗੇ ਆ, ਬਸ ਮਨ 'ਚ ਸਤਿਗੁਰੂ ਜੀ ਦਾ ਪਿਆਰ ਹੀ ਨਹੀਂ ਹੈਗਾ ਜੀ। ਸਰੀਰਾਂ ਦੀ ਨਹੀਂ ਕੋਈ ਕਮੀ ਦੀ, ਬਲ ਬੜਾ ਜੀ, ਪਰ ਮਨ 'ਚ ਪਿਆਰ ਨਹੀਂ ਹੈਗਾ ਜੀ। ਹਾਂਜੀ, ਕਰੀ ਪ੍ਰੇਮ ਨੇ ਖੈਂਚ ਬੈਸਾਲ। ਉਧਰ ਫਿਰ ਰਾਤ ਇਸੇ ਤਰ੍ਹਾਂ ਸੋਚਦਿਆਂ ਲੰਘ ਗਈ। ਗੁਰਮੁਖ ਪਿਆਰੇ ਦੱਸਦੇ ਇੱਕ ਰਾਤ ਖੂਹ 'ਚ ਰਹੇ ਜੀ। ਦੋ ਧਾਰਨਾਵਾਂ ਨੇ ਜੀ, ਇੱਕ ਹੈ ਅੰਮ੍ਰਿਤ ਵੇਲੇ ਡਿੱਗੇ ਸਨ ਜੀ। ਖੈਰ ਉਹ ਰਾਤ ਉੱਥੇ ਖਲੋਤੇ ਰਹੇ ਤੇ ਪਿਆਰਿਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਖਿੱਚ ਪਈ ਜੀ। ਜਦੋਂ ਭਾਈ ਮੰਝ ਜੀ ਨੇ ਬਹੁਤ ਪਿਆਰ ਨਾਲ ਯਾਦ ਕੀਤਾ ਨਾ ਮਹਾਰਾਜ ਨੂੰ, ਮਹਾਰਾਜ ਦੇ ਮਨ 'ਚ ਖਿੱਚ ਪਈ ਜੀ ਭਾਈ ਮੰਝ ਜੀ ਦੇ ਪਰਥਾਏ। ਹਾਂਜੀ, ਰਹਿਓ ਨਾ ਗਇਓ ਗੁਰੂ ਤਤਕਾਲ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਿਆਰਿਓ ਜਦੋਂ ਮਹਾਰਾਜ ਨੂੰ ਪਤਾ ਲੱਗਾ ਸਾਡਾ ਪਿਆਰਾ ਭਾਈ ਮੰਝ ਖੂਹ 'ਚ ਡਿੱਗੇ ਹੋਏ ਨੇ, ਮਹਾਰਾਜ ਕੋ ਰਿਹਾ ਨਾ ਗਿਆ ਜੀ ਫਿਰ ਜੀ। ਹਾਂਜੀ, ਸੰਕਟ ਜਾਨ ਸਿੱਖ ਕਹੋ ਹੋਵਾ। ਪਿਆਰਿਓ ਮਹਾਰਾਜ ਨੇ ਵੇਖਿਆ ਸਾਡਾ ਪਿਆਰਾ ਇਸ ਸਮੇਂ ਦੁੱਖ ਵਿੱਚ ਹੈਗਾ, ਸਾਡੇ ਪਿਆਰੇ ਦੇ ਉੱਤੇ ਦੁੱਖ ਦੀ ਘੜੀ ਆ ਬਣੀ ਹੈ। ਹਾਂਜੀ, ਕੂਪ ਬਾਰ ਸਿਰ ਭਾਰ ਖਰੋਵਾ। ਖੂਹ ਦੇ ਪਾਣੀ ਦੇ ਵਿੱਚ ਸਿਰ ਤੇ ਭਾਰ ਰੱਖ ਕੇ ਸਾਡਾ ਪਿਆਰਾ ਖਲੋਤਾ ਹੋਇਆ ਜੀ। ਮਹਾਰਾਜ ਨੂੰ ਵੇਖ ਗਿਆ ਸਾਰਾ ਕੁਝ ਜੀ। ਹਾਂਜੀ, ਬੀਤੈ ਇਸ ਹੈ ਜਾਮਨੀ ਸਾਰੀ। ਤੇ ਵੇਖ ਲੋ ਮਹਾਰਾਜ ਨੂੰ ਪਤਾ ਲੱਗਾ ਸਾਰੀ ਰਾਤ ਹੀ ਭਾਈ ਮੰਝ ਜੀ ਖਲੋਤੇ ਰਹੇ ਨੇ। ਵੇਖੋ, ਹਾਂਜੀ, ਖਰੋ ਰਹਿ ਨਹਿ ਭਾਰ ਉਤਾਰੀ। ਇਹ ਵੀ ਮਹਾਰਾਜ ਨੂੰ ਪਤਾ ਲੱਗ ਗਿਆ ਭਾਈ ਮੰਝ ਜੀ ਨੇ ਸਿਰ ਤੋਂ ਪੰਡ ਨਹੀਂ ਲਾਈ ਬਾਲਣ ਦੀ ਜੀ, ਖਲੋਤੇ ਰਹੇ ਆ, ਬਾਲਣ ਦੀ ਪੰਡ ਨਹੀਂ ਲਾਈ ਜੀ। ਕਿੰਨੇ ਜ਼ਿੰਮੇਵਾਰ ਹੋਣਗੇ ਭਾਈ ਮੰਝ ਦੀ ਸੇਵਾ ਦੇ ਪ੍ਰਤੀ ਜੀ। ਇੱਥੇ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਸੁੱਟਣ ਲੱਗਿਆਂ ਬੰਦਾ ਖਿੰਨ ਨਹੀਂ ਲਾਉਂਦਾ, ਲੱਕੜਾਂ ਹੀ ਨੇ ਫਿਰ ਕਿਸੇ ਜੇ ਭਿੱਜ ਜਾਂਦੀਆਂ, ਪਰ ਭਾਈ ਮੰਝ ਜੀ ਨੇ ਐਸਾ ਨਹੀਂ ਕੀਤਾ ਜੀ। ਉੱਠੇ ਕਿਰਪਾ ਨਿਧ ਗਮਨੇ ਐਸੇ। ਬਸ ਫਿਰ ਕੀ ਸੀਗਾ, ਕਿਰਪਾ ਦੇ ਖਜ਼ਾਨੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਐਵੇਂ ਉੱਠੇ। ਕੁੰਚਰ ਤੇ ਮੋਚਨ ਹਿਤ ਜੈਸੇ। ਜਿਵੇਂ ਫਿਰ ਤੰਦੂਏ ਤੋਂ ਹਾਥੀ ਨੂੰ ਛਡਾਉਣ ਵਾਸਤੇ ਖੁਦ ਪਰਮੇਸ਼ਰ ਜੀ ਆਏ ਸਨ ਜੀ। ਸਾਖੀ ਆਪ ਜੀ ਨੂੰ ਪਤਾ ਹੋਣਾ ਜੀ। ਪਟਨਾ ਸਾਹਿਬ ਦੇ ਲਾਗੇ ਨਾ ਜੀ 8 ਮੀਲ ਦੇ ਫਾਸਲੇ ਤੇ ਇੱਕ ਖੇਤਰ ਆ, ਉਹਨੂੰ ਕਹਿੰਦੇ ਹਰੀਹਰ ਖੇਤਰ। ਹਰੀਹਰ ਖੇਤਰ, ਉੱਥੇ ਇੱਕ ਨਗਰ ਹੈ, ਉਹਦਾ ਨਾਮ ਹੈ ਸਵਰਨਪੁਰ। ਉਹਦੇ ਲਾਗੇ ਇੱਕ ਨਦੀ ਹੈ, ਉਸ ਨਦੀ ਦਾ ਨਾਮ ਹੈ ਗੰਡਕਾ ਨਦੀ ਜੀ। ਪਿਆਰਿਓ ਉੱਥੇ ਤਸਵੀਰਾਂ ਬਣੀਆਂ ਹੋਈਆਂ, ਗੱਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤਿਹ ਟੂਟਾ। ਗੁਰੂ ਤੇਗ ਬਹਾਦਰ ਸਾਹਿਬ ਇਸ ਸਾਖੀ ਨੂੰ ਬੜਾ ਲਿਖਦੇ ਆਪਣੀ ਬਾਣੀ 'ਚ। 2-3 ਸਾਖੀਆਂ ਨੂੰ ਮਹਾਰਾਜ ਨੇ ਬਹੁਤ ਦੁਹਰਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ। ਇੱਕ ਗੱਜ ਗਰਾਹ ਵਾਲੀ ਸਾਖੀ, ਇੱਕ ਗਣਕਾ ਦੀ ਸਾਖੀ, ਇੱਕ ਅਜਾਮਲ ਦੀ ਸਾਖੀ। ਮਹਾਰਾਜ ਨੇ ਇਹਨਾਂ ਸਾਖੀਆਂ ਨੂੰ ਬਹੁਤ ਦੁਹਰਾਇਆ। ਅੱਜ ਬਚਨ ਆ ਗਿਆ, ਮੈਂ ਤਾਂ ਬੇਨਤੀ ਕਰਨ ਲੱਗਾ, ਥੋੜੇ ਦਿਨਾਂ ਨੂੰ ਮਹਾਰਾਜ ਦਾ ਆਗਮਨ ਗੁਰਪੁਰਬ ਹੈ, 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਵੀ ਹੈ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਇਹਦਾ ਭਾਵ ਕੀ ਹੈ? ਸਾਧ ਸੰਗਤ ਜੀ, ਗੰਧਰਵ ਸੀਗਾ ਇੱਕ ਸਵਰਗਾਂ ਦਾ, ਉਹਨੂੰ ਇੱਕ ਰਿਸ਼ੀ ਨੇ ਸ਼ਰਾਪ ਦਿੱਤਾ ਸੀਗਾ, ਉਹ ਹਾਥੀ ਬਣਿਆ ਜੀ। ਹਾਥੀ ਬਣ ਕੇ ਤੇ ਸਾਧ ਸੰਗਤ ਜੀ ਇਲਾਕੇ 'ਚ ਉਸ 'ਚ ਵਿਚਰ ਰਿਹਾ ਸੀਗਾ। ਤੇ ਇੱਕ ਤੰਦੂਆ, ਉਹ ਵੀ ਇੱਕ ਜਾਨਵਰ ਹੈ, ਉਹ ਵੱਡੀਆਂ ਵੱਡੀਆਂ ਚੀਜ਼ਾਂ ਨੂੰ
ਆਪਣੇ ਵਿੱਚ ਜਜ਼ਬ ਕਰ ਲੈਂਦਾ ਤੇ ਪਾਣੀ ਦੇ ਹੇਠਾਂ ਲੈ ਜਾਂਦਾ ਜੀ। ਤੰਦੂਏ ਨੇ ਤੰਦਾਂ ਕੱਢੀਆਂ, ਹਾਥੀ ਪਾਣੀ ਪੀ ਰਿਹਾ। ਤੰਦੂਆ ਆਇਆ, ਉਹਨੇ ਆਪਣੀਆਂ ਤੰਦਾਂ ਦੇ ਨਾਲ ਹਾਥੀ ਨੂੰ ਜਕੜ ਲਿਆ ਜੀ। ਜਦੋਂ ਜਕੜਿਆ ਤੇ ਫਿਰ ਹਾਥੀ ਨੇ ਕੀ ਕੀਤਾ? ਹਾਥੀ ਨੇ ਵਾਹਿਗੁਰੂ ਨੂੰ ਯਾਦ ਕੀਤਾ ਜੀ, ਪਰਮੇਸ਼ਰ ਨੂੰ ਯਾਦ ਕੀਤਾ। ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋਤ ਉਪਾਏ। ਕੋਈ ਉਪਾਅ ਨਹੀਂ ਸੀ ਹੋ ਰਿਹਾ। ਉਹਨੇ ਪਰਮੇਸ਼ਰ ਨੂੰ ਯਾਦ ਕੀਤਾ ਜੀ। ਬੜਾ ਬਲੀ ਸੀ, ਪਰ ਕੀ ਕਰੇ, ਛੁੱਟ ਗਿਆ, ਬਲ ਹੈ ਹੀ ਨਹੀਂ ਸੀਗਾ ਜੀ। ਤੇ ਪਿਆਰਿਓ, ਉੱਥੇ ਫਿਰ ਪਰਮੇਸ਼ਰ ਨੇ ਕਿਰਪਾ ਕੀਤੀ, ਸੁਦਰਸ਼ਨ ਚੱਕਰ ਦੇ ਨਾਲ ਉਸ ਤੰਦੂਏ ਦੀਆਂ ਸਾਰੀਆਂ ਤੰਦਾਂ ਕੱਟ ਦਿੱਤੀਆਂ, ਹਾਥੀ ਨੂੰ ਮੁਕਤ ਕਰ ਦਿੱਤਾ ਜੀ। ਕਹਿੰਦੇ ਜਦੋਂ ਉਸ ਹਾਥੀ ਨੇ ਸ੍ਰੀ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਪਰਮੇਸ਼ਰ ਦੀ ਤਤਕਾਲ ਉਸੇ ਸਮੇਂ ਤੁਰ ਪਏ ਸਨ ਜੀ। ਜਦੋਂ ਪਤਾ ਲੱਗਾ ਹਾਥੀ ਸਾਨੂੰ ਯਾਦ ਕਰਦਾ, ਹਾਥੀ ਮੁਸੀਬਤ 'ਚ ਹੈ, ਪਿਆਰਿਓ, ਜੇ ਉਹ ਬੇਜ਼ੁਬਾਨਾਂ ਦੀ ਪੁਕਾਰ ਸੁਣ ਲੈਂਦਾ, ਜਿਨ੍ਹਾਂ ਨੂੰ ਜ਼ੁਬਾਨ ਲੱਗੀ ਉਹਨਾਂ ਦੀ ਪੁਕਾਰ ਕਿਉਂ ਨਹੀਂ ਸੁਣੇਗਾ ਜੀ। ਬਸ ਥੋੜਾ ਯਤਨ ਕਰਨਾ ਪੈਂਦਾ ਜੀ। ਹਾਂਜੀ। ਨੰਗੇ ਪਾਏ ਉਤਾਇਲ ਡਾਲਤ। ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਚਰਨਾਂ 'ਚ ਜੋੜਾ ਵੀ ਨਹੀਂ ਪਾਇਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਵੇਂ ਹੀ ਤੁਰ ਪਏ ਜੀ। ਹਾਂਜੀ। ਹਰ ਭਰਾਏ ਨਹਿ ਵਸਤਰ ਸੰਭਾਲਤ। ਬੜੀ ਛੇਤੀ ਛੇਤੀ ਤੁਰੇ, ਵਸਤਰ ਵੀ ਨਹੀਂ ਸਾਂਭੇ ਆਪਣੇ ਤਨ ਦੇ। ਜਿਵੇਂ ਭੱਜੀਦਾ ਹੈ ਨਾ, ਮਹਾਰਾਜ ਉਸ ਗਤੀ ਦੇ ਨਾਲ ਤੁਰ ਰਹੇ, ਬੜੀ ਛੇਤੀ ਛੇਤੀ ਤੁਰ ਰਹੇ ਜੀ। ਖੁਦ ਆਪ ਹਰ ਆਪ ਗੁਰੂ ਅਰਜਨ ਦੇਵ ਮਹਾਰਾਜ। ਹਾਂਜੀ। ਦਾਸ ਉਪਾਨੈ ਲੈ ਕਰ ਧਾਏ। ਸੇਵਕਾਂ ਵੇਖਿਆ ਮਹਾਰਾਜ ਸਿੱਧਾ ਹੀ ਤੁਰੀ ਜਾ ਰਹੇ, ਬੜੀ ਤੇਜ਼ੀ ਨਾਲ, ਜਿਵੇਂ ਦੌੜ ਰਹੇ ਹੋਣ। ਇੱਕ ਸੇਵਾਦਾਰ ਜੋੜਾ ਲੈ ਕੇ ਪਿੱਛੇ ਮਗਰ ਭੱਜਿਆ। ਕੇਤਕ ਧਾਏ ਮਿਲੇ ਸੰਗ ਆਏ। ਕਈ ਭੱਜ ਕੇ ਮਹਾਰਾਜ ਦੇ ਨਾਲ ਮਿਲੇ। ਕਿੰਨੀ ਤੇਜ਼ੀ ਨਾਲ ਮਹਾਰਾਜ ਤੁਰੇ ਹੋਣਗੇ। ਸਿੱਖਾਂ ਨੂੰ ਭੱਜ ਕੇ ਮਹਾਰਾਜ ਦੇ ਨਾਲ ਰਲਣਾ ਪਿਆ ਜੀ। ਸਿੱਖ ਕਹਿੰਦਾ ਮਹਾਰਾਜ ਜੋੜਾ ਪਾ ਲਓ। ਮਹਾਰਾਜ ਕਹਿੰਦੇ ਭਾਈ, ਜਦੋਂ ਸਾਡੇ ਪਿਆਰੇ ਮੁਸੀਬਤ 'ਚ ਹੋਣ, ਸਾਡੇ ਕੋਲ ਜੋੜਾ ਪਾਉਣ ਦਾ ਸਮਾਂ ਨਹੀਂ ਹੁੰਦਾ, ਕਹਿਣ ਲੱਗੇ। ਦਾਮਨ ਆਨਹੁ ਹੁਕਮ ਕਰਨ ਤੇ। ਬਸ ਚਲਦਿਆਂ ਚਲਦਿਆਂ ਇਹੋ ਹੀ ਕਿਹਾ, ਰੱਸਾ ਲਿਆਵੋ, ਰੱਸਾ ਲਿਆਵੋ। ਹਾਂਜੀ। ਤਹਿ ਸਤਿਗੁਰ ਪਹੁੰਚੇ ਉਤਲੰਤੇ। ਗਰੀਬ ਨਵਾਜ ਛੇਤੀ ਦੇ ਨਾਲ ਫਿਰ ਉਸ ਖੂਹ ਦੇ ਕੋਲ ਪਹੁੰਚੇ ਜੀ। ਦਿਨ ਚੜ ਗਿਆ ਜੀ। ਥੋੜਾ ਦੂਰ ਹੈ ਮੰਝ, ਭਾਈ ਮੰਝ ਜੀ ਦਾ ਸਥਾਨ ਖੂਹ। ਹਾਂਜੀ। ਹੁਤੋ ਸਮੀਪ ਪਹੁੰਚੇ ਜਾਏ। ਮਹਾਰਾਜ ਨੇੜੇ ਪਹੁੰਚ ਗਏ ਜੀ ਖੂਹ ਦੇ। ਹਾਂਜੀ। ਧਾਏ ਧਾਏ ਸਿੱਖ ਆਨ ਮਿਲਾਏ। ਸਾਰੇ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਜਾ ਰਹੇ ਨੇ, ਇਕੱਲੇ ਹੀ ਜਾ ਰਹੇ ਨੇ। ਸਾਰੇ ਸਿੱਖ ਭੱਜ ਭੱਜ ਕੇ ਉਸ ਪਾਸੇ ਨੂੰ ਗਏ ਜੀ। ਹਾਂਜੀ। ਕੂਪ ਤੀਰ ਥਿਤ ਹੋਏ ਉਚਾਰਾ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਖੂਹ ਦੇ ਲਾਗੇ ਖਲੋ ਕੇ ਕਹਿਣ ਲੱਗੇ, ਸਾਡਾ ਸਿੱਖ ਡਿੱਗ ਗਿਆ, ਉਹਨੂੰ ਬਾਹਰ ਕੱਢੋ, ਕਹਿਣ ਲੱਗੇ। ਹਾਂਜੀ। ਕੌਣ ਹੈ ਤੂੰ ਕਸ਼ਟ ਮਝਾਰਾ। ਤੇ ਗੁਰਸਿੱਖਾਂ ਨੇ ਆਵਾਜ਼ ਦਿੱਤੀ, ਭਾਈ ਤੂੰ ਕੌਣ ਹੈ, ਇੰਨਾ ਕਸ਼ਟ ਪਾ ਰਿਹਾ। ਹਾਂਜੀ। ਕਾਸ਼ਟ ਭਾਰ ਸੀਸ ਪਰ ਤਰਿਓ। ਲੱਕੜਾਂ ਦਾ ਭਾਰ ਸਿਰ ਤੇ ਰੱਖਿਆ ਹੋਇਆ, ਤੂੰ ਹੈ ਕੌਣ? ਕਿਉਂ ਮੁਖ ਨਹੀਂ ਸੀ ਨਾ ਦਿਖਦਾ। ਹਾਂਜੀ। ਕਿਉ ਨਾ ਗੇਰਤ ਜਲ ਮਹਿ ਖਰਿਓ। ਤੇ ਲੱਕੜਾਂ ਦਾ ਭਾਰ ਸੁੱਟ ਦੇ, ਤੂੰ ਹੇਠਾਂ ਸੁੱਟ ਦੇ, ਸਾਨੂੰ ਪਤਾ ਤੇ ਲੱਗੇ ਤੂੰ ਕੌਣ ਹੈ। ਹਾਂਜੀ। ਕਹਿਓ ਮੰਝ ਹੈ ਮੇਰੋ ਨਾਮ। ਤੇ ਭਾਈ ਮੰਝ ਜੀ ਨੇ ਲੱਕੜਾਂ ਸਿਰ ਤੇ ਚੁੱਕੀਆਂ, ਜਵਾਬ ਦਿੱਤਾ, ਮੇਰਾ ਨਾਮ ਮੰਝ ਹੈ, ਕਹਿਣ ਲੱਗੇ। ਹਾਂਜੀ। ਸੇਵਕ ਸ਼੍ਰੀ ਸਤਿਗੁਰ ਕੇ ਧਾਮ। ਇਹ ਨਹੀਂ ਪਤਾ ਵੀ ਸਤਿਗੁਰੂ ਵੀ ਆਏ ਖਲੋਤੇ ਹੈ। ਕਹਿੰਦੇ ਮੈਂ ਗੁਰੂ ਸਾਹਿਬ ਦੇ ਘਰ ਦਾ ਸੇਵਾਦਾਰ ਹੈਗਾ, ਕਹਿਣ ਲੱਗੇ। ਹਾਂਜੀ। ਇਤਨੇ ਮਹਿ ਰਜੂ ਨਰ ਲਿਆਏ। ਬਸ ਇੰਨੇ ਚਿਰ ਨੂੰ ਰੱਸਾ ਆ ਗਿਆ ਜੀ। ਹਾਂਜੀ। ਗੁਰ ਹਿਤ ਅਸਵਾਰੀ ਲੈ ਆਏ। ਸਤਿਗੁਰਾਂ ਦੇ ਵਾਸਤੇ ਅਸਵਾਰੀਆਂ ਵੀ ਆ ਗਈਆਂ ਜੀ। ਹਾਂਜੀ। ਜੀਨ ਤੁਰੰਗ ਪਾਏ ਕਰ ਤੂਰਨ। ਘੋੜੇ ਤੇ ਕਾਠੀ ਪਾ ਕੇ ਵੀ ਲੈ ਆਏ ਵੀ ਚਲੋ ਅੱਗੇ ਜਾਣਾ ਹੋਏਗਾ ਮਹਾਰਾਜ ਨੇ।
ਹਾਂਜੀ। ਸਿਵਕਾ ਲਿਆਏ ਜਹੈ ਗੁਰ ਪੂਰਨ। ਤੇ ਪਾਲਕੀ ਸਾਹਿਬ ਵੀ ਆ ਗਈ ਵੀ ਜੇ ਮਹਾਰਾਜ ਨੇ ਪਾਲਕੀ ਚ ਅੱਗੇ ਜਾਣਾ ਪਾਲਕੀ ਸਾਹਿਬ ਚ ਚੱਲ ਜਾਣਗੇ। ਹਾਂਜੀ। ਦਾਮਨ ਕੂਪ ਵਿਖੇ ਲਟਕਾਈ। ਉਹਨੇ ਚਿਰ ਨੂੰ ਗੁਰੂ ਦੇ ਪਿਆਰਿਆਂ ਨੇ ਰੱਸਾ ਹੇਠਾਂ ਲਮਕਾਇਆ ਜੀ। ਕਹਿਓ ਕਿ ਗਹਿ ਆਵਹੁ ਉਪਰਾਈ। ਤੇ ਭਾਈ ਮੰਝ ਨੂੰ ਕਿਹਾ ਭਾਈ ਮੰਝ ਤਾਂ ਆ ਜਾ, ਉੱਪਰ ਆ ਜਾ। ਹਾਂਜੀ। ਪੂਰਬ ਭਾਰ ਨਿਕਾਸਨ ਕਰੋ। ਵਾਹ ਵਾਹ। ਅੱਗੋਂ ਭਾਈ ਮੰਝ ਦੀ ਪਤਾ ਕੀ ਕਹਿੰਦੇ? ਕਹਿੰਦੇ ਮੇਰੇ ਤੋਂ ਪਹਿਲਾਂ ਇਹ ਪੰਡ ਚੁੱਕੋ ਕਹਿਣ ਲੱਗੇ, ਇਹਨੂੰ ਲੈ ਕੇ ਆਓ। ਇੱਕ ਸਿੱਖ ਨਾ ਕਈਆਂ ਨੂੰ ਆਦਤ ਹੁੰਦੀ ਵਿੱਚੇ ਬੋਲਣ ਦੀ, ਉਹ ਵਿੱਚੇ ਹੀ ਬੋਲ ਪਿਆ। ਕਹਿੰਦਾ ਭਾਈ ਮੰਝ ਲੱਕੜਾਂ ਥੱਲੇ ਸੁੱਟ ਤੇ ਆਪ ਤਾਂ। ਭਾਈ ਮੰਝ ਕਹਿੰਦੇ ਲੱਕੜਾਂ ਨਹੀਂ ਹੈਗੀਆਂ, ਇਹ ਮੇਰੀ ਸੇਵਾ ਹੈ। ਜਿਸ ਸਿੱਖ ਦੇ ਹੱਥੋਂ ਸੇਵਾ ਛੁੱਟ ਜੇ ਉਹਦੇ ਪੱਲੇ ਕੀ ਰਹਿ ਗਿਆ? ਕਹਿਣ ਲੱਗੇ ਉਹਦੇ ਪੱਲੇ ਕੀ ਰਹਿ ਗਿਆ? ਮਹਾਰਾਜ ਨੇ ਹੁਕਮ ਕੀਤਾ ਵੀ ਪਹਿਲਾਂ ਭਾਰ ਕੱਢੋ ਭਾਈ। ਵੇਖ ਲਓ ਇੱਕ ਇੱਕ ਗੱਲ ਚ ਕਿੰਨਾ ਕਿੰਨਾ ਵੱਡਾ ਤੱਤ ਹੈਗਾ ਜੀ। ਰਹਿ ਸ਼ੁਸ਼ਕ ਨਹਿ ਜੇ ਅਬ ਧਰੋਂ। ਕਹਿਣ ਲੱਗੇ ਜੇ ਮੈਂ ਥੱਲੇ ਸੁੱਟ ਦਿੱਤੀਆਂ ਤੇ ਇਹਨਾਂ ਗਿੱਲੀਆਂ ਹੋ ਜਾਣਾ, ਤੇ ਜੇ ਤੁਸੀਂ ਇੰਜ ਰਹੋਗੇ ਖੁਸ਼ਕ ਰਹਿਣਗੀਆਂ, ਕੰਮ ਆਉਣਗੀਆਂ। ਹਾਂਜੀ। ਪੁਨ ਪੀਛੇ ਮੁਝ ਲਿਹੋ ਨਿਕਾਸ। ਲੈ ਈਂਦਨ ਚਲਹੁ ਗੁਰ ਪਾਸ। ਇਹ ਨਹੀਂ ਪਤਾ ਵੀ ਮਹਾਰਾਜ ਆਏ ਹੋਏ ਐ। ਭਾਈ ਮੰਝ ਜੀ ਕਹਿੰਦੇ ਮੈਂ ਲੱਕੜਾਂ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਚ ਜਾਣਾ, ਪਹਿਲਾਂ ਲੱਕੜਾਂ ਕੱਢ ਦਿਓ। ਹਾਂਜੀ। ਰੱਜੂ ਸੰਗ ਬੰਦ ਕਰ ਭਾਰਾ। ਤੇ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਲਿਖੀ ਹੈ, ਉਹ ਕਹਿੰਦੇ ਇੱਕ ਸਿੱਖ ਹੇਠਾਂ ਉਤਾਰਿਆ ਗਿਆ ਰੱਸੇ ਦੇ ਨਾਲ ਜੀ, ਜਿਹਨੂੰ ਜਾਚ ਸੀਗੀ ਇਹਨਾਂ ਕੰਮਾਂ ਦੀ। ਉਹਨੇ ਫਿਰ ਉਹ ਜਾ ਕੇ ਹੇਠਾਂ ਤੇ ਪਿਆਰਿਓ ਭਾਰ ਬੰਨਿਆ, ਪੰਡ ਜਿਹੜੀ ਆ ਉਹ ਰੱਸੀ ਦੇ ਨਾਲ ਬੰਨੀ। ਪਹਿਲਾਂ ਪੰਡ ਚੁੱਕੀ ਗਈ ਜੀ, ਪੰਡ ਬਾਹਰ ਆਈ, ਫਿਰ ਉਹ ਸਿੱਖ ਆਇਆ ਜੀ, ਉਹ ਟ੍ਰੇਨਡ ਸੀਗਾ। ਹਾਂਜੀ। ਖੈਂਚ ਵਹਿਰ ਕੋ ਨਰਨ ਨਿਕਾਰਾ। ਸੋ ਪਹਿਲਾਂ ਤੇ ਸਿੱਖ ਦਾ ਬਚਨ ਮੰਨ ਕੇ ਲੱਕੜਾਂ ਹੀ ਬਾਹਰ ਕੱਢੀਆਂ ਗਈਆਂ ਜੀ। ਹਾਂਜੀ। ਪਿੱਛੇ ਤੇ ਦਾਮਨ ਗਹਿ ਹਾਥ। ਪਿੱਛੋਂ ਫਿਰ ਭਾਈ ਮੰਝ ਜੀ ਨੇ ਰੱਸਾ ਫੜਿਆ ਤੇ ਭਾਈ ਉਤੋਂ ਉੱਪਰੋਂ ਰੱਸਾ ਖਿੱਚਿਆ ਜੀ ਉਹਨਾਂ ਨੇ। ਤੇ ਤੁਹਾਨੂੰ ਪਤਾ ਕੱਸ ਕੇ ਰੱਸਾ ਫੜਿਆ, ਕੰਧ ਦੇ ਨਾਲ ਸਰੀਰ ਜਿਹੜਾ ਉਹ ਘਸੀੜਦੇ ਹੋਏ ਨੇ, ਤਾਂ ਨੂੰ ਜਾ ਰਹੇ ਭਾਈ ਮੰਝ ਜੀ, ਤਾਂ ਨੂੰ ਉੱਪਰ ਨੂੰ ਆ ਰਹੇ ਨੇ। ਹਾਂਜੀ। ਨਿਕਸਿਓ ਤਿਆਗ ਕੂਪ ਬਲ ਸਾਥ। ਸਮਾਂ ਤੇ ਲੱਗਾ ਜੀ, ਉਹ ਕਿਹੜਾ ਵੀ ਉਸੇ ਵੇਲੇ ਤਾਂ ਆ ਜਾਣਾ ਸੀਗਾ, ਸਮਾਂ ਲੱਗਾ, ਬੜਾ ਬਲ ਲੱਗਾ ਜੀ ਖਿੱਚਣ ਵਾਲਿਆਂ ਦਾ ਵੀ ਤੇ ਭਾਈ ਮੰਝ ਜੀ ਦਾ ਵੀ ਜੀ। ਤੇ ਰਗੜਾਂ ਲੱਗ ਗਈਆਂ ਗੋਡਿਆਂ ਤੇ ਅਰਕਾਂ ਤੇ, ਰਗੜਾਂ ਲੱਗ ਗਈਆਂ ਜੀ। ਹਾਂਜੀ। ਮੈਲੇ ਕਚੈਲੇ ਕੱਪੜੇ ਹੋ ਗਏ ਜੀ ਸਾਰੇ ਜੀ। ਬਹੁਤ ਸਮੇਂ ਲਾ ਕੇ ਤੇ ਭਾਈ ਮੰਝ ਜੀ ਨੂੰ ਬਾਹਰ ਕੱਢਿਆ ਗਿਆ ਜੀ। ਕੱਢ ਕੇ ਆਖੋ ਵਾਹਿਗੁਰੂ। ਹਾਂਜੀ। ਸ਼੍ਰੀ ਅਰਜਨ ਠਾਂਡੇ ਢਿਗ ਦੇਖ। ਤੇ ਜਦੋਂ ਭਾਈ ਮੰਝ ਜੀ ਬਾਹਰ ਨਿਕਲੇ ਨਾ, ਭਾਈ ਮੰਝ ਜੀ ਨੇ ਵੇਖਿਆ ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਵੀ ਖਲੋਤੇ ਹੋਏ ਨੇ। ਓਹੋ ਹੋ। ਜਦੋਂ ਵੇਖਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਮਣੇ ਖਲੋਤੇ ਨੇ, ਮਹਾਰਾਜ ਮੇਰੇ ਵਾਸਤੇ ਕਸ਼ਟ ਧਾਰਨ ਕਰਕੇ ਇੱਥੇ ਆਏ ਨੇ। ਹਾਂਜੀ। ਪਾਇਨ ਪਰਿਓ ਸੋ ਪ੍ਰੇਮ ਵਸ਼ੇਖ। ਤੇ ਬਸ ਫਿਰ ਕੀ ਸੀਗਾ, ਭਾਈ ਮੰਝ ਜੀ ਉਸੇ ਵੇਲੇ ਦੌੜ ਕੇ ਜਿਸ ਪਾਸੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨ ਨੇ, ਜਾ ਕੇ ਚਰਨਾਂ ਦੇ ਨਾਲ ਲਿਪਟ ਹੀ ਗਏ ਜੀ, ਲਿਪਟ ਹੀ ਗਏ ਜੀ। ਹਾਂਜੀ। ਇਹੋ ਕੁਛ ਨਹੀਂ ਨਾ ਰਾਵਰ ਬਾਤ। ਭਾਈ ਮੰਝ ਦੇ ਨੇਤਰਾਂ ਚੋਂ ਬੈਰਾਗ ਛਿੜ ਗਿਆ। ਭਾਈ ਮੰਝ ਜੀ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਇਹ ਆਪ ਜੀ ਦੇ ਵਾਸਤੇ ਨਵੀਂ ਗੱਲ ਨਹੀਂ ਹੈ, ਨਵੀਂ ਬਾਤ ਨਹੀਂ ਹੈ ਸੇਵਕਾਂ ਵਾਸਤੇ ਕਸ਼ਟ ਉਠਾਉਣਾ। ਹਾਂਜੀ। ਸਿੱਖਿਅਨ ਕੇ ਸਹਾਏ ਦਿਨ ਰਾਤ। ਮਹਾਰਾਜ ਤੁਸੀਂ ਤੇ ਦਿਨ ਰਾਤ ਹੀ ਆਪਣੇ ਪਿਆਰਿਆਂ ਦੀ ਸਹਾਇਤਾ ਕਰਦੇ ਹੋ।
ਹਾਂਜੀ। ਗਜ ਕਾਉ ਕਸ਼ਟ ਭਇਓ ਜਬ ਭਾਰੀ। ਤੇ ਫਿਰ ਉਹ ਗੱਲ ਕੀਤੀ ਸੀ, ਕਹਿੰਦੇ ਮਹਾਰਾਜ ਉਹ ਜਦੋਂ ਹਾਥੀ ਨੂੰ ਤੰਦੂਏ ਨੇ ਫੜ ਲਿਆ ਸੀਗਾ, ਉਹ ਦੁੱਖ ਸੀਗਾ, ਦੁਖੀ ਸੀਗਾ, ਕਸ਼ਟ ਵਿੱਚ ਸੀਗਾ। ਹਾਂਜੀ। ਕੁਸਮ ਅਰਪ ਕਰ ਕਰੀ ਗੁਹਾਰੀ। ਤੇ ਮਹਾਰਾਜ ਉਹਨੇ ਫਿਰ ਸੁੰਡ ਚ ਫੁੱਲ ਸੀਗਾ, ਉਹਨੇ ਉਹ ਰੱਖ ਕੇ ਅਰਦਾਸ ਕੀਤੀ, ਪੁਕਾਰ ਕੀਤੀ ਸੀ ਤੁਹਾਡੇ ਚਰਨਾਂ ਚ। ਲక్ష్ਮੀ ਚਰਨ ਪਾਦਕਾ ਛੋਰ। ਮਹਾਰਾਜ ਉਸ ਸਮੇਂ ਲక్ష్ਮੀ ਚਰਨ ਪਾਦੁਕਾ ਜੋੜਾ ਸਭ ਕੁਝ ਛੱਡ ਕੇ ਤਜ ਖਗ ਪਤ ਧਾਏ ਗਜ ਔਰ। ਗਰੁੜ ਨੂੰ ਵੀ ਛੱਡ ਕੇ ਤੇ ਤੁਸੀਂ ਫਿਰ ਹਾਥੀ ਨੂੰ ਬਚਾਉਣ ਵਾਸਤੇ ਪਹੁੰਚੇ ਸੀਗੇ। ਇਹ ਮਹਾਰਾਜ ਤੁਸੀਂ ਉਹੋ ਹੀ ਹੋ, ਪਰਮੇਸ਼ਰ ਹੋ ਮਹਾਰਾਜ, ਸੱਚੇ ਪਾਤਸ਼ਾਹ ਤੁਸੀਂ। ਲੀਨ ਬਚਾਏ ਡੂਬਤੇ ਜਲ ਤੇ। ਗਰੀਬ ਨਵਾਜ ਸੱਚੇ ਪਾਤਸ਼ਾਹ, ਹਾਥੀ ਨੂੰ ਤੁਸੀਂ ਡੁੱਬਦਿਆਂ ਨੂੰ ਬਚਾਇਆ ਸੀਗਾ। ਹਾਂਜੀ। ਬਿਰਦ ਸੰਭਾਰ ਸਹਾਇਕ ਬਲ ਤੇ। ਮਹਾਰਾਜ ਆਪ ਜੀ ਦਾ ਤੇ ਬਿਰਦ ਹੀ ਹੈ, ਸੁਭਾਅ ਹੈ ਆਪਣੇ ਸੇਵਕਾਂ ਨੂੰ ਬਚਾਉਣਾ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ। ਫਿਰ ਸੰਕਟ ਜਪਿਓ ਜਿਨ ਅਰਜਨ। ਗੁਰੂ ਅਰਜਨ ਸਾਹਿਬ ਨੂੰ ਜਿਹੜਾ ਜਪਦਾ ਹੈ, ਗੁਰੂ ਅਰਜਨ ਸਾਹਿਬ ਜੀ ਨੂੰ ਜਿਹੜਾ ਚੇਤੇ ਕਰਦਾ ਹੈ, ਸਾਧ ਸੰਗਤ ਜੀ ਭੱਟ ਜੀ ਲਿਖਦੇ ਆ, ਮਹਾਰਾਜ ਉਹਨੂੰ ਸੰਕਟਾਂ ਵਿੱਚ ਨਹੀਂ ਪੈਣ ਦਿੰਦੇ। ਭਾਈ ਮੰਝ ਜੀ ਕਹਿੰਦੇ ਮਹਾਰਾਜ ਇਹ ਤੇ ਆਪ ਜੀ ਦਾ ਬਿਰਦ ਹੈ ਸੱਚੇ ਪਾਤਸ਼ਾਹ। ਹਾਂਜੀ। ਨਹਿ ਸੇਵਕ ਦੁਖ ਸਕਹੁ ਸਹਾਰੀ। ਮਹਾਰਾਜ ਤੁਸੀਂ ਆਪਣੇ ਸੇਵਕਾਂ ਦਾ ਦੁੱਖ ਨਹੀਂ ਵੇਖ ਸਕਦੇ। ਹਾਂਜੀ। ਸਕਤ ਹੀਨ ਹੋਵੇ ਸਰਨ ਤੁਮਾਰੀ। ਮਹਾਰਾਜ ਉਹ ਸੇਵਕ ਜਿਹੜੇ ਸ਼ਕਤੀਹੀਣ ਹੋ ਕੇ ਤੁਹਾਡੇ ਚਰਨਾਂ ਵਿੱਚ ਆ ਪੈਣ। ਹੁਣ ਇਹ ਥੋੜੀ ਅਸੀਂ ਸੇਵਕ ਨਹੀਂ ਬਣੇ, ਆਖੀਏ ਸਾਡੇ ਦੁੱਖ ਨਹੀਂ ਦੂਰ ਹੁੰਦੇ, ਪਹਿਲਾਂ ਸੇਵਕ ਤੇ ਬਣ ਜੀਏ। ਲਾਜ ਦ੍ਰੋਪਦੀ ਕੀ ਰਖ ਲੀਨਸ। ਮਹਾਰਾਜ ਤੁਸੀਂ ਦ੍ਰੋਪਦੀ ਦੀ ਲਾਜ ਰੱਖੀ ਸੀ। ਭੱਟ ਜੀ ਲਿਖਦੇ ਨਾ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਸੋ ਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ। ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ, ਅਬ ਰੱਖੋ ਦਾਸ ਭਾਟ ਕੀ ਲਾਜ। ਅੰਬਰੀਕ ਕੋ ਨਿਰਭੈ ਦੀਨਸ। ਮਹਾਰਾਜ ਤੁਸੀਂ ਅੰਬਰੀਕ ਦੀ ਵੀ ਸਹਾਇਤਾ ਕੀਤੀ, ਉਹਨੂੰ ਵੀ ਨਿਰਭੈ ਕੀਤਾ। ਅੰਬਰੀਕ ਦੇ ਉੱਤੇ ਦੁੱਖ ਆਇਆ, ਉਹ ਤੁਹਾਡੀ ਸ਼ਰਨ ਚ ਆਇਆ, ਤੁਸੀਂ ਕੱਟ ਦਿੱਤਾ। ਹਾਂਜੀ। ਗੁਣ ਰਾਵਰ ਕੇ ਕੌਣ ਗਿਨਾਵੈ। ਭਾਈ ਮੰਝ ਮਹਾਰਾਜ ਦੇ ਚਰਨ ਫੜੇ ਬੈਰਾਗ ਕਰਨ ਦੇ, ਮਹਾਰਾਜ ਤੁਹਾਡੇ ਕਿਹੜੇ ਕਿਹੜੇ ਗੁਣ ਮੈਂ ਗਾਵਾਂ। ਹਾਂਜੀ। ਜਿਨ ਕਾਉ ਸ਼ੇਸ਼ ਸਾਰਦਾ ਗਾਵੈ। ਸ਼ੇਸ਼ ਨਾਗ ਵੀ ਦਿਨ ਰਾਤ ਆਪ ਜੀ ਦੇ ਗੁਣ ਗਾਉਂਦਾ ਮਹਾਰਾਜ। ਹਾਂਜੀ। ਮੰਗ ਮੰਗ ਭਉ ਮੰਝ ਸੋ ਜਾਣਾ। ਜਦੋਂ ਭਾਈ ਮੰਝ ਜੀ ਨੇ ਚਰਨ ਫੜੇ ਐ ਤੇ ਬੈਰਾਗ ਕਰ ਰਹੇ ਨੇ, ਮੰਗ ਰਹੇ ਨੇ, ਸਾਹਮਣੇ ਖਲੋਤੇ ਚਿੱਟਾ ਚੋਲਾ ਗੁਰੂ ਅਰਜਨ ਸਾਹਿਬ ਜੀ ਦਾ, ਕਾਲਾ ਦਾੜਾ, ਚਿੱਟਾ ਦਸਤਾਰਾ, ਅੰਮ੍ਰਿਤ ਵਰਗਾ ਬਚਨ ਮਹਾਰਾਜ ਅੰਮ੍ਰਿਤ ਬਾਣੀ ਉਚਾਰਦੇ। ਮਹਾਰਾਜ ਕਹਿੰਦੇ ਭਾਈ ਮੰਝ ਅਸੀਂ ਤੇਰੇ ਤੇ ਖੁਸ਼ ਹੈਗੇ, ਕੁਝ ਮੰਗ ਲਾ ਕਹਿਣ ਲੱਗੇ। ਪ੍ਰੀਖਿਆ ਵੀ ਬੜੀ ਦਿੱਤੀ ਨਾ ਜੀ, 2 ਦਿਨ ਪ੍ਰੀਖਿਆਵਾਂ ਹੀ ਸੁਣੀਆਂ ਤੁਸੀਂ। ਹਾਂਜੀ। ਹਮ ਪ੍ਰਸੰਨ ਲਿਹੋ ਬਾਂਛਤ ਦਾਨਾ। ਅਸੀਂ ਮਹਾਰਾਜ ਕਹਿੰਦੇ ਬੜੇ ਖੁਸ਼ ਹੈਗੇ ਤੇਰੇ ਤੇ, ਕੁਝ ਮੰਗ ਲਾ ਕਹਿਣ ਲੱਗੇ। ਹਾਂਜੀ। ਕਾਲ ਪਰੀ ਸਭ ਤੇਰੀ ਥਾਏ। ਆ ਬਚਨ ਬਹੁਤ ਕੀਮਤੀ ਹੈ। ਸਤਿਗੁਰੂ ਕਹਿਣ ਲੱਗੇ ਭਾਈ ਮੰਝ
ਤੇਰੀ ਕੀਤੀ ਘਾਲਣਾ ਥਾਂ ਪੈ ਗਈ ਹੈ। ਥਾਂ ਪਵਾਉਣੀ ਔਖੀ ਹੈ ਜੀ। ਹਾਂਜੀ, ਜਗਤ ਕਲੇਸ਼ ਛੁਟੇ ਸਮੁਦਾਏ। ਮਹਾਰਾਜ ਕਹਿੰਦੇ ਜਾ, ਤੇਰੇ ਜਗਤ ਦੇ ਸਾਰੇ ਕਲੇਸ਼ ਹੀ ਛੁੱਟ ਗਏ। ਕਹਿਣ ਲੱਗੇ ਕੋਈ ਕਲੇਸ਼ ਤੇਰੀ ਜ਼ਿੰਦਗੀ 'ਚ ਨਹੀਂ ਰਹੇਗਾ। ਹਾਂਜੀ, ਬੋਲਿਓ ਮਾਂਝ ਕਰੀ ਅਰਦਾਸ। ਭਾਈ ਮੰਝ ਜੀ ਨੇ ਚਰਨ ਫੜੇ ਹੋਏ ਆ। ਭਾਈ ਮੰਝ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਦੇ ਆ। ਇਹੀ ਮੰਗ ਹੋ ਰਾਵਰ ਪਾਸ। ਹੇ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਕੋਲੋਂ ਇਹੋ ਹੀ ਮੰਗਦਾ ਹਾਂ। ਹਾਂਜੀ, ਸਭ ਤੈ ਰਹੋ ਅਜਾਚੀ ਜੈਸੇ। ਹਾਂਜੀ। ਸਤ ਨਾਮ ਬਿਨ ਚਾਹੋ ਨਾ ਕੈਸੇ। ਕੀ ਮਹਾਰਾਜ ਆਪ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਸਿਮਰਨ ਦੀ ਦਾਤ ਦੇ ਦਿਓ। ਮਹਾਰਾਜ ਕਿਸੇ ਕੋਲੋਂ ਮੰਗਣਾ ਹੀ ਨਾ ਪਏ, ਕਿਸੇ ਕੋਲੋਂ। ਹਾਂਜੀ, ਤੁਮਰੇ ਪਦ ਅਰਬਿੰਦ ਮਨਿੰਦ। ਹਾਂਜੀ। ਮਮ ਮਾਨਸ ਮਹਿ ਦਿਪਹੁ ਮੁਕੰਦ। ਆਪ ਜੀ ਦੇ ਚਰਨ ਕਮਲ ਸੱਚੇ ਪਾਤਸ਼ਾਹ ਮੇਰੇ ਹਿਰਦੇ 'ਚ ਵਸ ਜਾਣ, ਮੇਰੇ ਤੇ ਆ ਕਿਰਪਾ ਕਰੋ। ਹਾਂਜੀ, ਸ਼੍ਰੀ ਅਰਜਨ ਸੋਨ ਪੁਨਹਿ ਬਖਾਨਾ। ਮਹਾਰਾਜ ਗੁਰੂ ਅਰਜਨ ਸਾਹਿਬ ਫਿਰ ਦੁਬਾਰਾ ਕਹਿਣ ਲੱਗੇ ਭਾਈ ਮੰਝ ਜੀ ਨੂੰ। ਅਪਰ ਮੰਗ ਪਉ ਸਿੱਖ ਮਹਾਨਾ। ਮਹਾਰਾਜ ਕਹਿੰਦੇ ਉਹ ਤੇ ਦਾਤ ਤੈਨੂੰ ਦਿੱਤੀ ਹੈ, ਸਿਮਰਨ ਤੇ ਅੱਗੇ ਹੀ ਤੇਰੇ ਕੋਲ ਹੈ, ਕੁਝ ਹੋਰ ਵੀ ਮੰਗ ਲੈ। ਹਾਂਜੀ, ਗੁਰ ਜੀ ਦਾਸਨ ਪਰ ਆਸ ਭੀਰ। ਹਾਂਜੀ। ਸਭ ਨਾ ਸਕਹਿ ਸਹਿ ਹੋਏ ਅਧੀਰ। ਤੇ ਫਿਰ ਭਾਈ ਮੰਝ ਜੀ ਨੇ ਸਾਡੇ ਸਾਰਿਆਂ ਦਾ ਭਲਾ ਮੰਗਿਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਮੰਝ ਜੀ ਕਹਿੰਦੇ ਮਹਾਰਾਜ ਸਿੱਖੀ ਬਖਸ਼ਿਆ ਕਰੋ, ਪਰ ਇੰਨੀ ਪ੍ਰੀਖਿਆ ਨਾ ਲਿਆ ਕਰੋ। ਮੇਰੇ ਤੇ ਕਿਰਪਾ ਕੀਤੀ, ਪ੍ਰੀਖਿਆ ਤੁਸੀਂ ਆਪ ਹੀ ਸਫਲ ਕਰਾ ਦਿੱਤਾ ਪ੍ਰੀਖਿਆ ਵਿੱਚੋਂ, ਪਰ ਸੰਸਾਰੀ ਜੀਵਾਂ ਦੇ ਵੱਸ ਵਿੱਚ ਨਹੀਂ ਹੈਗਾ, ਉਹ ਇੰਨੀ ਪ੍ਰੀਖਿਆ ਨਹੀਂ ਦੇ ਸਕਦੇ ਜੀ। ਦੁੱਖ ਬੜਾ ਸਿਆ ਨਾ ਭਾਈ ਮੰਝ ਜੀ ਨੇ। ਸੁਨਹੁ ਮੰਝ ਕੰਚਨ ਮਨ ਮਿਲਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੰਝ ਸੁਣ ਗੱਲ, ਸੋਨੇ ਦੇ ਵਿੱਚ ਜਦੋਂ ਮੈਲ ਰਲ ਜੇ ਨਾ, ਸੋਨਾ ਮੈਲਾ ਹੋ ਜਾਵੇ। ਹਾਂਜੀ, ਘਟਹੇ ਸੋ ਜਿਉ ਜਿਉ ਅਗਨੀ ਢਲਿਓ। ਉਹਨੂੰ ਫਿਰ ਅੱਗ ਦੇ ਉੱਤੇ ਲਾ ਕੇ ਸੇਕ ਦੇਣਾ ਪੈਂਦਾ, ਕੁਠਾਲੀ 'ਚ ਰੱਖ ਕੇ ਤੌਣਾ ਪੈਂਦਾ ਹੈ। ਜਿਉਂ ਜਿਉਂ ਸੋਨਾ ਤਪਦਾ ਜਾਂਦਾ, ਤਿਉਂ ਤਿਉਂ ਮੈਲ ਨਿਕਲਦੀ ਜਾਂਦੀ ਹੈ। ਹਾਂਜੀ, ਤਾਉ ਕਸੋਟੀ ਤੇ ਸੁਧ ਹੋਏ। ਕਹਿਣ ਲੱਗੇ ਇਸ ਕਰਕੇ ਕਸੌਟੀ ਤੇ ਤਾ ਦੇਣ ਨਾਲ ਉਹ ਫਿਰ ਮੈਲ ਨਿਕਲਦੀ ਤੇ ਸੋਨਾ ਸ਼ੁੱਧ ਹੋ ਜਾਂਦਾ ਹੈ। ਹਾਂਜੀ, ਕੋਸ਼ ਬਿਖੇਲੇ ਪਖਿਅਤ ਸੋਏ। ਫਿਰ ਉਹ ਸੋਨਾ ਖਜ਼ਾਨੇ 'ਚ ਪੈ ਜਾਂਦਾ ਜੀ। ਹਾਂਜੀ, ਜੋ ਸਤਿਗੁਰ ਕੇ ਸਿੱਖ ਉਦਾਰੇ। ਮਹਾਰਾਜ ਕਹਿਣ ਲੱਗੇ ਭਾਈ ਮੰਝ, ਜਿਹੜੇ ਗੁਰੂ ਦੇ ਸਿੱਖ ਨੇ ਨਾ, ਹਾਂਜੀ, ਮੋਖ ਕੋਸ਼ ਤੇ ਉਚਿਤ ਸੁਧਾਰੇ। ਉਹਨਾਂ ਨੂੰ ਮੁਕਤੀ ਰੂਪੀ ਖਜ਼ਾਨੇ ਵਿੱਚ ਪਾਉਣ ਲਈ ਅਸੀਂ ਸ਼ੁੱਧ ਕਰਦੇ ਹਾਂ। ਗੱਜ ਕੇ ਆਖੋ ਵਾਹਿਗੁਰੂ। ਇਸੇ ਕਰਕੇ ਦੁੱਖ ਨੂੰ ਵੀ ਦਾਤ ਕਿਹਾ ਗਿਆ ਬਾਣੀ 'ਚ। ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ। ਦੁੱਖ ਆਵੇ, ਇਹ ਦਾਤਾਰ ਤੇਰੀ ਦਾਤ ਹੈ। ਮਹਾਰਾਜ ਕਹਿਣ ਲੱਗੇ ਮੰਝ, ਆਪਣੇ ਸਿੱਖਾਂ ਨੂੰ ਮੁਕਤੀ ਦੇ ਖਜ਼ਾਨੇ 'ਚ ਪਾਉਣ ਲਈ, ਸ਼ੁੱਧ ਕਰਨ ਲਈ ਥੋੜਾ ਜਿਹਾ ਸੇਕ ਦਿੰਦੇ ਆ, ਥੋੜਾ ਜਿਹਾ ਦੁੱਖ ਦਿੰਦੇ ਆ। ਦੁੱਖ ਆਵੇ, ਇਹਨੂੰ ਮਾਲਕ ਦੀ ਦਾਤ ਸਮਝਿਆ ਕਰੀਏ। ਕਰੀਅਤ ਹੈ ਸੋ ਆਪਨ ਸਰੂਪ। ਫਿਰ ਮਹਾਰਾਜ ਕਹਿੰਦੇ ਆਪਣੇ ਸਰੂਪ 'ਚ ਮਿਲਾ ਲੈਨੇ ਅਸੀਂ ਸਿੱਖਾਂ ਨੂੰ। ਹਾਂਜੀ, ਜਿਸ ਮੈਂ ਪਖੀਅਤ ਅਨੰਦ ਅਨੂਪ। ਜਿਸ ਵਿੱਚ ਫਿਰ ਅਨੂਪਮ ਆਨੰਦ ਹੀ ਆਨੰਦ ਹੈ, ਆਨੰਦ ਹੀ ਆਨੰਦ ਹੈ। ਹਾਂਜੀ, ਇਹੋ ਭੀ ਦਇਓ ਔਰ ਲਿਹੋ ਜਾਚੇ। ਪਰ ਮਹਾਰਾਜ ਕਹਿਣ ਲੱਗੇ ਅੱਛਾ ਜਾ, ਇਹ ਵੀ ਤੈਨੂੰ ਦਿੱਤਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਅੱਜ ਤੋਂ ਸਿੱਖਾਂ ਨੂੰ ਸਿੱਖੀ ਦਿਆਂਗੇ, ਇੰਨੀ ਪ੍ਰੀਖਿਆ ਨਹੀਂ ਲਿਆ ਕਰਾਂਗੇ। ਕਹਿਣ ਲੱਗੇ ਮੰਝ, ਇਹ ਤਾਂ ਤੂੰ ਦੂਜਿਆਂ ਦਾ ਭਲਾ ਮੰਗਿਆ, ਆਪਣੇ ਵਾਸਤੇ ਤਾਂ ਤੂੰ ਫੇਰ ਨਾ ਮੰਗਿਆ।
ਚੇਤਾ ਰੱਖਿਓ, ਜਿੰਨੀ ਮਰਜ਼ੀ ਆਪਣੀ ਮੰਗ ਦੀ ਲਿਸਟ ਹੋਵੇ, ਸਿੱਖ ਦੀ ਅਰਦਾਸ ਉਹਨਾਂ ਚਿਰ ਤੱਕ ਪੂਰੀ ਨਹੀਂ ਹੁੰਦੀ ਜਿੰਨਾ ਚਿਰ ਤੱਕ ਇਹ ਨਹੀਂ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪ੍ਰਭਾਤ ਦਾ ਭਲਾ। ਕਹੇਗਾ ਤੇ ਅਰਦਾਸ ਪੂਰੀ ਹੋਏਗੀ। ਮਹਾਰਾਜ ਕਹਿੰਦੇ ਮੰਝ, ਇਹ ਤੇ ਤੂੰ ਦੂਜਿਆਂ ਵਾਸਤੇ ਮੰਗਿਆ, ਆਪਣੇ ਵਾਸਤੇ ਤੂੰ ਕੁਝ ਨਹੀਂ ਮੰਗਿਆ, ਕੁਛ ਹੋਰ ਮੰਗ ਲਾ, ਕਹਿਣ ਲੱਗੇ। ਹਾਂਜੀ। ਸੁਨਤ ਮੰਝ ਕਹਿ ਸ੍ਰੀ ਗੁਰ ਸਾਚੇ। ਭਾਈ ਮੰਝ ਜੀ ਕਹਿਣ ਲੱਗੇ, ਹੇ ਮੇਰੇ ਸੱਚੇ ਸਤਿਗੁਰੂ ਜੀ, ਆਪਨੋ ਸਿਦਕ ਦਾਨ ਦੇਹੋ ਸੋਏ। ਤੇ ਫਿਰ ਮੇਰੇ ਤੇ ਕਿਰਪਾ ਕਰੋ, ਜੇ ਮੈਨੂੰ ਦੇਣਾ ਤੇ ਸਿਦਕ ਦੀ ਦਾਤ ਬਖਸ਼ੋ, ਭਰੋਸੇ ਦੀ ਦਾਤ ਬਖਸ਼ੋ। ਤੁਸੀਂ ਭਾਈ ਮੋਤੀ ਰਾਮ ਜੀ ਦਾ ਜੀਵਨ ਸੁਣਿਆ, ਸਿਦਕ ਸੀਗਾ, ਭਰੋਸਾ ਸੀਗਾ ਜੀ ਉਹਨਾਂ ਦੇ ਜੀਵਨ 'ਚ। ਹਾਂਜੀ। ਸਦਾ ਅਜਾਚੀ ਬ੍ਰਿਤ ਅਬ ਹੋਏ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਜਾ, ਅੱਜ ਤੋਂ ਤੈਨੂੰ ਸਿਦਕ ਵੀ ਦਿੱਤਾ। ਭਾਈ ਮੰਝ ਕਹਿੰਦੇ, ਮਹਾਰਾਜ ਕਿਰਪਾ ਕਰੋ, ਮੈਨੂੰ ਕਿਸੇ ਕੋਲੋਂ ਮੰਗਣਾ ਨਾ ਪਵੇ, ਬੇਮੁਹਤਾਜੀ ਦਿਓ। ਹਾਂਜੀ। ਇਮ ਕਹਿ ਚਰਨ ਬੰਦਨਾ ਠਾਨੀ। ਇਹ ਕਹਿ ਕੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵੱਲ ਸਗੋਂ ਹੀ ਸਿਰ ਕਰ ਲਿਆ ਭਾਈ ਮੰਝ ਜੀ ਨੇ, ਚਰਨ ਤੇ ਅੱਗੇ ਹੀ ਫੜੇ ਹੋਏ ਆ ਜੀ। ਹਾਂਜੀ। ਪ੍ਰੇਮ ਬਿਖੇ ਮਤ ਬਹੁ ਮਸਤਾਨੀ। ਪ੍ਰੇਮ ਦੇ ਵਿੱਚ ਭਾਈ ਮੰਝ ਜੀ ਦੀ ਮਤ ਮਸਤਾਨੀ ਹੋਈ ਪਈ ਜੀ, ਇੰਨਾ ਜ਼ਿਆਦਾ ਪ੍ਰੇਮ ਹੈ ਜੀ। ਹਾਂਜੀ। ਸੁਨ ਸ਼੍ਰੀ ਅਰਜਨ ਜੀ ਤਿਸ ਕਾਲਾ। ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਸਿੱਖ ਕੀ ਮਹਿਮਾ ਕੀਨ ਬੇਸਾਲਾ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਭਾਈ ਮੰਝ ਜੀ ਦੀ ਸਿਫਤ ਕੀਤੀ ਜੀ। ਹਾਂਜੀ। ਬੜੀ ਵੱਡੀ ਗੱਲ 'ਚ ਗੁਰੂ ਸਾਹਿਬ ਆਪਣੇ ਮੁਖ ਤੋਂ ਸਿੱਖ ਦੀ ਸਿਫਤ ਕਰਨ, ਜਿਸ ਮੁਖ ਤੋਂ ਕਰਤਾਰ ਦੀਆਂ ਸਿਫਤਾਂ ਹੁੰਦੀਆਂ, ਪਰਮੇਸ਼ਰ ਦੀਆਂ ਸਿਫਤਾਂ ਹੁੰਦੀਆਂ, ਉਹ ਗੁਰੂ ਅਰਜਨ ਸਾਹਿਬ ਆਪਣੇ ਮੁਖ ਤੋਂ ਪਿਆਰੇ ਦੀ ਸਿਫਤ ਕਰ ਰਹੇ ਨੇ, ਸਿੱਖ ਦੀ ਸਿਫਤ ਕਰ ਰਹੇ ਨੇ। ਉਹ ਸੁਣਿਓ ਕੀ ਸਿਫਤ ਕੀਤੀ ਜੀ। ਹਾਂਜੀ। ਸ਼੍ਰੀ ਮੁਖ ਵਾਕ ਮੰਝ ਪਿਆਰਾ, ਗੁਰੂ ਨੂੰ ਗੁਰ ਮੰਝ ਪਿਆਰਾ। ਭਾਈ ਮੰਝ, ਅੱਗੇ ਤੂੰ ਸਾਨੂੰ ਪਿਆਰ ਕਰਦਾ ਸੈਂ, ਅੱਜ ਤੋਂ ਅਸੀਂ ਵੀ ਤੈਨੂੰ ਪਿਆਰ ਕਰਦੇ ਹਾਂ। ਕਹਿਣ ਲੱਗੇ, ਤੂੰ ਸਾਨੂੰ ਵੀ ਪਿਆਰਾ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ। ਮੰਝ ਗੁਰੂ ਨੂੰ ਚੰਗਾ ਲੱਗਦਾ, ਗੁਰੂ ਮੰਝ ਨੂੰ ਚੰਗਾ ਲੱਗਦਾ। ਇੱਕ ਮਿਕ ਹੋ ਗਏ ਨਾ ਜੀ। ਹਾਂਜੀ। ਮੰਝ ਗੁਰੂ ਕਾ ਬੋਹਿਥਾ, ਜਗ ਲੰਘਣ ਹਾਰਾ। ਭਾਈ ਮੰਝ, ਭੱਟਾਂ ਨੇ ਸਾਨੂੰ ਜਹਾਜ਼ ਕਿਹਾ ਹੈ, ਕਲਯੁਗ ਜਹਾਜ਼ ਅਰਜਨ ਗੁਰੂ। ਕਿਹੜਾ ਜਹਾਜ਼? ਉੱਡਣ ਵਾਲੇ ਦੀ ਗੱਲ ਨਹੀਂ ਸੀ, ਉਦੋਂ ਸਮੁੰਦਰੀ ਜਹਾਜ਼ਾਂ ਦੀ ਗੱਲ ਸੀ। ਭੱਟ ਕਹਿੰਦੇ ਸੀ ਸਾਰੀ ਸ੍ਰਿਸ਼ਟੀ ਵੀ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆ ਜੇ। ਗੁਰੂ ਅਰਜਨ ਸਾਹਿਬ ਉਹ ਜਹਾਜ਼ ਨੇ ਜਿਹੜੇ ਸਾਰਿਆਂ ਨੂੰ ਹੀ ਤਾਰ ਦੇਣ ਜੀ। ਕੋਈ ਜਹਾਜ਼ 1000 ਨੂੰ ਤਾਰ ਸਕਦਾ, 2000 ਨੂੰ ਤਾਰ ਸਕਦਾ, ਗੁਰੂ ਅਰਜਨ ਸਾਹਿਬ ਸਾਰੀ ਸ੍ਰਿਸ਼ਟੀ ਨੂੰ ਤਾਰ ਸਕਦੇ ਹਨ। ਕਹਿੰਦੇ ਸਾਨੂੰ ਭੱਟਾਂ ਨੇ ਜਹਾਜ਼ ਕਿਹਾ, ਭਾਈ ਮੰਝ ਜਾ, ਅਸੀਂ ਤੈਨੂੰ ਵੀ ਜਹਾਜ਼ ਕਹਿੰਦੇ ਆ। ਕਹਿਣ ਲੱਗੇ, ਮੰਝ ਗੁਰੂ ਕਾ ਬੋਹਿਥਾ। ਬੋਹਿਥ ਤੋਂ ਭਾਵ ਹੁੰਦਾ ਜਹਾਜ਼, ਜਗ ਲੰਘਣ ਹਾਰਾ, ਤੂੰ ਵੀ ਜਗਤ ਨੂੰ ਪਾਰ ਕਰਿਆ ਕਰੇਗਾ। ਕਹਿਣ ਲੱਗੇ, ਜਿਹੜਾ ਤੇਰੇ ਕੋਲ ਆਏਗਾ ਉਹ ਵੀ ਤਰੇਗਾ, ਜਿਹੜਾ ਤੈਨੂੰ ਧਨ ਆਖੇਗਾ ਉਹ ਵੀ ਤਰੇਗਾ। ਹੱਥ ਜੋੜੋ ਪਿਆਰ ਨਾਲ, ਦੋਵੇਂ ਹੱਥ ਜੋੜ ਕੇ ਗੱਜ ਕੇ ਕਹਿ ਦਿਓ, ਧੰਨ ਧੰਨ ਭਾਈ ਮੰਝ ਜੀ, 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 ਧੰਨ ਧੰਨ ਭਾਈ ਮੰਝ ਜੀ। ਧੰਨ ਧੰਨ ਭਾਈ ਮੰਝ ਜੀ। ਭਾਈ ਮੰਝ ਜਿਹੜਾ ਤੈਨੂੰ ਧੰਨ ਆਖੇਗਾ ਉਹ ਵੀ ਤਰ ਜਾਏਗਾ। ਹਾਂਜੀ। ਚਉਪਈ ਅੰਗ ਸੰਗ ਕਰ ਪ੍ਰੇਮ ਲਗਾਇਓ। ਸਤਿਗੁਰੂ ਨੇ ਉੱਪਰ ਚੁੱਕਿਆ ਭਾਈ ਮੰਝ ਨੂੰ, ਉਹ ਕਿਰਪਾ ਕੀਤੀ ਜਿਹੜੀ ਇਤਿਹਾਸ 'ਚ ਬਹੁਤ ਵਿਰਲੇ ਸਿੱਖਾਂ ਤੇ ਹੈ। ਉਹ ਕੀ? ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਸੀਨੇ ਨਾਲ ਲਾਇਆ ਜੀ। ਫਿਰ ਜੀ ਵੇਖੋ, ਚਿੱਟਾ ਦੁੱਧ ਵਰਗਾ ਚੋਲਾ ਗੁਰੂ ਅਰਜਨ ਸਾਹਿਬ ਦਾ, ਮੈਲੇ ਕਚੈਲੇ ਕੱਪੜੇ ਸਨ, ਕਿਉਂ ਖੂਹ ਚੋਂ ਬਾਹਰ ਕੱਢਿਆ ਸੀ ਨਾ। ਮਹਾਰਾਜ ਨੇ ਪਰਵਾਹ ਨਹੀਂ ਕੀਤੀ, ਭਾਈ ਮੰਝ ਜੀ ਨੂੰ ਛਾਤੀ ਨਾਲ ਲਾਇਆ, ਸੀਨੇ ਨਾਲ ਲਾਇਆ ਜੀ। ਹਾਂਜੀ।
ਆਤਮ ਗਿਆਨ ਤੁਰੰਤ ਹੀ ਪਾਇਓ। ਬਸ ਫਿਰ ਆਤਮ ਗਿਆਨ ਤੁਰੰਤ ਹੀ ਪਾਇਓ। ਤੁਰਤ ਹੀ ਪਾਇਓ। ਸਾਧ ਸੰਗਤ ਜੀ ਉਸੇ ਵੇਲੇ ਬ੍ਰਹਮ ਗਿਆਨੀ ਬਣਾ ਦਿੱਤਾ ਜੀ, ਆਤਮ ਗਿਆਨ ਬਖਸ਼ਿਸ਼ ਕਰ ਦਿੱਤਾ ਜੀ। ਹਾਂਜੀ। ਕਹਿਓ ਮੰਝ ਤੂੰ ਅਬ ਗ੍ਰਹਿ ਜਾਏ। ਮਹਾਰਾਜ ਕਹਿੰਦੇ ਮੰਝ ਹੁਣ ਤੂੰ ਆਪਣੇ ਘਰ ਜਾ ਕਹਿਣ ਲੱਗੇ। ਹਾਂਜੀ। ਹੇਤ ਗੁਰੂ ਕੇ ਦੇਗ ਚਲਾਏ। ਜਾ ਗੁਰੂ ਦੇ ਨਾਮ ਤੇ ਲੰਗਰ ਲਾ ਕਹਿਣ ਲੱਗੇ। ਹੁਣ ਵੇਖੋ ਭਾਈ ਮੰਝ ਕੋ ਤੇ ਕੌਡੀ ਵੀ ਨਹੀਂ ਹੈਗੀ ਤੇ ਲੰਗਰ ਕਿੱਥੋਂ ਲਾ ਲੈਣਗੇ, ਪਰ ਬਚਨ ਵਿੱਚ ਹੀ ਸਭ ਕੁਝ ਦੇ ਦਿੱਤਾ ਮਹਾਰਾਜ ਨੇ ਜੀ। ਹਾਂਜੀ। ਨੌ ਨਿਧ ਸਿੱਧ 18 ਪਾਈ। ਹਾਂਜੀ। ਕਰਹੋ ਸਮਾਜ ਜਿਤਕ ਮਨ ਭਾਈ। ਮਹਾਰਾਜ ਕਹਿਣ ਲੱਗੇ 9 ਨਿਧੀਆਂ 18 ਸਿੱਧੀਆਂ ਹੁਣ ਤੈਨੂੰ ਦਿੱਤੀਆਂ। ਜਦੋਂ ਗੁਰੂ ਸਾਹਿਬ ਕਿਸੇ ਸਿੱਖ ਨੂੰ ਖੁਸ਼ ਹੋ ਕੇ ਦਿੰਦੇ ਆ ਨਾ, ਉਹਦੇ 'ਚ ਸਿੱਖ ਨੂੰ ਖਤਰਾ ਨਹੀਂ ਹੈਗਾ ਰਿੱਧੀਆਂ ਸਿੱਧੀਆਂ ਤੋਂ, ਉਂਝ ਖਤਰਨਾਕ ਹੀ ਚ ਜੀ। 9 ਨਿਧੀਆਂ 18 ਸਿੱਧੀਆਂ ਤੈਨੂੰ ਦਿੱਤੀਆਂ, ਜੋ ਮਨ ਚਾਹੁੰਦਾ ਹੁਣ ਕਰ ਕਹਿਣ ਲੱਗੇ। ਦਾਤਾ ਬਣਾਤਾ ਨਾ ਮਹਾਰਾਜ ਨੇ। ਹਾਂਜੀ। ਇਮ ਕਹਿ ਚੜ ਡੇਰਨ ਕਹੋ ਆਏ। ਇਹ ਕਹਿ ਕੇ ਘੋੜੇ ਤੇ ਸੱਜ ਕੇ ਮਹਾਰਾਜ ਡੇਰੇ ਨੂੰ ਆ ਗਏ ਜੀ। ਹਾਂਜੀ। ਸਭ ਮਹਿ ਸੋ ਜਸ ਪਇਓ ਬਿਦਤਾਏ। ਸਾਰਿਆਂ ਦੇ ਵਿੱਚ ਭਾਈ ਮੰਝ ਜੀ ਦੀਆਂ ਤਾਰੀਫਾਂ ਫੈਲ ਗਈਆਂ ਜੀ। ਧੰਨ ਨੇ ਭਾਈ ਮੰਝ ਜੀ। ਹਾਂਜੀ। ਮੰਝ ਗਇਓ ਗ੍ਰਹਿ ਸਭ ਕੁਛ ਪਾਇਓ। ਲਓ ਜੀ ਭਾਈ ਮੰਝ ਜੀ ਆਪਣੇ ਘਰ ਗਏ। ਜਿਹੜੇ ਪਿੰਡ ਵਾਲਿਆਂ ਧੱਕੇ ਮਾਰ ਕੇ ਕੱਢਿਆ ਸੀ ਉਹਨਾਂ ਨੇ ਜੀ ਆਇਆਂ ਨੂੰ ਆਖਿਆ ਜੀ, ਜਦੋਂ ਮਹਾਰਾਜ ਦੀ ਮਿਹਰ ਹੋ ਜਾਏ ਜੀ। ਹਾਂਜੀ। ਇਸਤਰੀ ਪੁੱਤਰ ਸੁਤਾ ਗੁਣ ਗਾਇਓ। ਇਸਤਰੀ ਧੀ ਪੁੱਤਰ ਸਾਰੇ ਮਿਲ ਕੇ ਫਿਰ ਗੁਰੂ ਸਾਹਿਬ ਨੂੰ ਹੀ ਧਿਆਉਣ ਲੱਗੇ ਜੀ। ਹਾਂਜੀ। ਮਨ ਅਨੇਕ ਹੀ ਅੰਨ ਪਕਾਵੈ। ਕਈ ਮਣ ਰੋਜ਼ ਦਾ ਆਟਾ ਭਾਈ ਮੰਝ ਜੀ ਪਕਾ ਕੇ ਲੰਗਰ ਵੰਡਦੇ ਹੁੰਦੇ ਸਨ ਜੀ। ਕਈ ਮਣ ਜੀ। ਹਾਂਜੀ। ਗੁਰੂ ਅਰਥ ਅਰਥੀਨ ਅਚਾਵੈ। ਲੋੜਵੰਦਾਂ ਨੂੰ ਛਕਾਉਂਦੇ ਹੁੰਦੇ ਸਨ ਜੀ। ਹਾਂਜੀ। ਸਰਬ ਪਰਿਵਾਰ ਸੰਗ ਸੁਖ ਪਾਏ। ਸਾਰਾ ਭਾਈ ਮੰਝ ਜੀ ਦਾ ਪਰਿਵਾਰ ਉਸ ਦਿਨ ਤੋਂ ਸੁਖੀ ਹੋ ਗਿਆ। ਮਹਾਰਾਜ ਨੇ ਸੁਖੀ ਕਰ ਦਿੱਤਾ ਜੀ ਪਰਿਵਾਰ ਉਹਨਾਂ ਦਾ। ਭਇਓ ਮੁਕਤ ਗੁਰ ਕੇ ਗੁਣ ਗਾਏ। ਭਾਈ ਮੰਝ ਜੀ ਮੁਕਤ ਹੋਏ ਜੀ ਫਿਰ ਜੀ। ਕੱਲੇ ਆਪ ਨਹੀਂ ਕਈਆਂ ਨੂੰ ਮੁਕਤ ਕੀਤਾ ਜੀ ਉਹਨਾਂ ਨੇ। ਹਾਂਜੀ। ਸਹਿਓ ਕਸੌਟੀ ਉਤਰਿਓ ਪੂਰਾ। ਕਸੌਟੀ ਸਹੀ ਹੈ ਤੇ ਭਾਈ ਮੰਝ ਜੀ ਪੂਰੇ ਵੀ ਉਤਰੇ ਨੇ ਜੀ। ਹਾਂਜੀ। ਅੰਤ ਪਾਏ ਉਤਮ ਪਦ ਰੂਰਾ। ਅੰਤਮ ਵਾਹਿਗੁਰੂ ਅੰਤ ਸਮੇਂ ਉੱਤਮ ਪਦਵੀ ਨੂੰ ਪ੍ਰਾਪਤ ਕੀਤਾ। ਐਸੇ ਬ੍ਰਹਮ ਗਿਆਨੀ ਸਿੱਖ ਉਹਨਾਂ ਨੇ ਵੀ ਆ ਕੇ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਆ ਕੇ ਖੁਦਵਾਈ ਕਰਨ ਸਮੇਂ ਸੇਵਾ ਕੀਤੀ ਸੀਗੀ ਜੀ। ਕਿੰਨਾ ਮਹਾਨ ਹੋਏਗਾ ਜੀ ਉਹ ਸਥਾਨ। ਸਵੇਰੇ ਤੋਂ ਅੱਗੇ ਗੁਰਸਿੱਖਾਂ ਦੇ ਜੀਵਨ ਅੱਗੇ ਹੋਰ ਆਉਣਗੇ, ਉਹ ਆਪਾਂ ਪਿਆਰ ਦੇ ਨਾਲ ਸਰਵਣ ਕਰੀ ਚੱਲਾਂਗੇ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਨਾਮ ਜਪੋ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਕਹੋ ਜੀ ਵਾਹਿਗੁਰੂ ਜਪ ਵਾਹਿਗੁਰੂ। ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ਣ। ਕਿੰਨਾ ਮਹਾਨ ਜੀਵਨ ਭਾਈ ਮੰਝ ਜੀ ਦਾ। ਬਿਲਕੁਲ ਸ਼ੋਅ ਤੋਂ ਬਚੇ ਜੀ, ਵਿਖਾਵੇ ਤੋਂ ਬਚ ਕੇ ਪਿੱਛੇ ਹੋ ਕੇ ਨੀਵੇਂ ਹੋ ਕੇ ਮਹਾਰਾਜ ਦੀ ਸੇਵਾ ਕਰਦੇ ਰਹੇ। ਗੁਰੂ ਜੀ ਨੇ ਸਭ ਤੋਂ ਉੱਚਿਆਂ ਬਣਾ ਦਿੱਤਾ ਜੀ। ਇਹਦੇ ਤੋਂ ਅੱਗੇ ਕਥਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ